Good morning, class. All of you send your attendance in chat box. Be fast. Good morning, ma'am. Okay, today we are going to start our third chapter, Introduction to MySQL. First of all, MySQL के बारे में कोई स्टूडेंट कुछ दसना चाहेगा क्योंकि ऑलरेडी इसे कर चुके हैं. Anyone? ਮੈਡਮ ਮਾਈਸਕੂਲ ਇੱਕ ਜਿਹੜੀ ਹੈਗੀ ਇੱਕ ਲੈਂਗੁਏਜ ਹੈਗੀ ਜਿਹੜੀ ਬੇਸਿਕਲੀ ਡਾਟਾਬੇਸ ਲਈ ਯੂਜ਼ ਕੀਤੀ ਜਾਂਦੀ ਹੈ ਮਤਲਬ ਕਿ ਅਸੀਂ ਬੇਸਿਕਲੀ ਡਾਟਾ ਹੀ ਸਟੋਰ ਕਰਾਉਂਦੇ ਆ ਬੈਕ ਐਂਡ ਤੇ ਸਰਵਰ ਵੀ ਇਹੀ ਚੀਜ਼ ਨੂੰ ਯੂਜ਼ ਕਰਦੇ ਆ ਬੜੇ ਸਾਰੇ ਬਹੁਤ ਸਰਵਰ ਜਿਹੜੇ ਹੈਗੇ ਆ ਮਾਈਸਕਲ ਦਾ ਯੂਜ਼ ਕਰਦੇ ਆ ਆਪਣੇ ਮਤਲਬ ਕਿ ਐਪਲੀਕੇਸ਼ਨਸ ਦਾ ਡਾਟਾ ਸਟੋਰ ਕਰਾਉਣ ਲਈ ਵੈਬਸਾਈਟ ਲਈ ਵੀ ਇਹ ਕਈ ਚੀਜ਼ਾਂ ਯੂਜ਼ ਹੁੰਦੀਆਂ ਵਾ ਕਿ ਕਈ ਹਾਈ ਜਿਹੜੇ ਹੁਣ ਤਾਂ ਆ ਗਏ ਕਿ ਹਾਈ ਡਾਟਾਬੇਸ ਆ ਚੁੱਕੇ ਜਿੱਦਾਂ ਕਿ ਮੈਂਗੋ ਡੀਬੀ ਵੀ ਇੱਕ ਆਇਆ ਹੈ ਪਤਾ ਨਹੀਂ ਹੈ ਮੈਨੂੰ ਕੀ ਹੁੰਦਾ ਹੈ ਪਰ ਹੁੰਦੀ ਥੋੜੀ ਹਾਈ ਮਤਲਬ ਕਿ ਉਹਦੀ ਵਾਸਟ ਹੋ ਗਈ ਚੀਜ਼ ਉਹ ਨਾਲੇ ਪੇਡ ਵੀ ਆ ਗਿਆ ਥੋੜੇ ਡਾਟਾਬੇਸ ਪਰ ਸਾਡਾ ਜਿਹੜਾ ਮਾਈਸਕਲ ਹੈਗਾ ਫ੍ਰੀ ਆਫ ਕੋਸਟ ਹੈਗਾ ਵਾ ਓਪਨ ਸੋਰਸ ਹੈਗਾ ਇੱਕ ਮਤਲਬ ਕਿ ਕੋਈ ਲੋੜ ਨਹੀਂ ਪੈਂਦੀ ਸਾਨੂੰ ਕੁਝ ਖਰਚ ਵਗੈਰਾ ਕਰਨ ਦੀ ਇਸ ਲਈ ਇਹਦੀ ਪਰ ਇਹਦੀ ਵੀ ਇੱਕ ਪੇਡ ਨਹੀਂ ਹੈ ਤੇ ਬਸ ਇਹਦੀ ਵੀ ਇੱਕ ਲਿਮਿਟ ਹੈਗੀ ਕਿ ਇੰਨਾ ਡਾਟਾ ਹੈ ਇੰਨੇ ਤੱਕ ਮਤਲਬ ਕਿ 100 GB 150 GB ਪਤਾ ਨਹੀਂ ਕੁਝ ਹੋ ਗਈ ਇਹਦੀ ਵੀ ਲਿਮਿਟ ਹੈਗੀ ਇੰਨਾ ਹੀ ਡਾਟਾ ਹੈ ਸਟੋਰ ਕਰਾ ਸਕਦਾ ਵਾ ਆਪਣੇ 1 ਈਅਰ ਤੇ ਜਾਂ ਸਿੰਗਲ ਟਾਈਮ ਤੇ ਯੈਸ ਗੁੱਡ. ਓਕੇ MySQL ਦੇ ਬਾਰੇ ਅਗਰ ਗੱਲ ਕੀਤੀ ਜਾਏ ਤਾਂ ਫਸਟ ਆਫ ਆਲ MySQL ਇੱਕ ਡਾਟਾਬੇਸ ਹੈ ਠੀਕ ਹੈ ਜਿਹਦੇ ਵਿੱਚ SQL ਲੈਂਗੁਏਜ ਯੂਜ਼ ਕੀਤੀ ਜਾਂਦੀ ਹੈ ਤੇ MySQL ਜਿਹੜਾ ਡਾਟਾਬੇਸ ਹੈ ਉਹ ਡਿਵੈਲਪ ਕੀਤਾ ਸੀ ਮਾਈਕਲ ਵਿਟਨਸ ਨੇ ਐਂਡ ਡੇਵਿਡ ਓਕਸਮਾਰਕ ਨੇ 1994 ਵਿੱਚ ਆਇਆ ਸੀ ਇਹ MySQL ਡਾਟਾਬੇਸ ਠੀਕ ਹੈ ਇਹਦੇ ਵਿੱਚ SQL ਲੈਂਗੁਏਜ ਯੂਜ਼ ਹੁੰਦੀ ਹੈ ਐਂਡ ਇਹ ਡਾਟਾਬੇਸ ਦਾ ਨਾਮ ਹੈ ਲੈਂਗੁਏਜ ਦਾ ਨਾਮ ਹੈ SQL ਡਾਟਾਬੇਸ ਦਾ ਨਾਮ ਹੈ MySQL ਇਸ ਚੀਜ਼ ਨੂੰ ਯਾਦ ਰੱਖਿਓ ਮੋਸਟਲੀ ਅਸੀਂ ਕੀ ਕਰਦੇ ਹਾਂ MySQL ਨਾਮ ਸੁਣਦੇ ਤਾਂ ਕਹਿੰਦੇ ਹਾਂ ਵੀ ਇਹ ਲੈਂਗੁਏਜ ਹੈ MySQL ਇੱਕ ਡਾਟਾਬੇਸ ਹੈ ਜਿਹਦੇ ਵਿੱਚ SQL ਲੈਂਗੁਏਜ ਯੂਜ਼ ਹੁੰਦੀ ਹੈ ਠੀਕ ਹੈ ਮੋਰਓਵਰ ਅਗਰ MySQL ਦੇ ਬਾਰੇ ਗੱਲ ਕੀਤੀ ਜਾਏ ਇੱਕ ਡਾਟਾਬੇਸ ਹੈ ਜਿਹੜਾ ਡਾਟਾਬੇਸ ਰਿਟਨ ਕੀਤਾ ਲਿਖਿਆ ਗਿਆ ਸੀ ਜਾਂ C++ ਲੈਂਗੁਏਜ ਦੇ ਵਿੱਚ ਠੀਕ ਹੈ ਇਟ ਇਜ਼ ਪ੍ਰੈਜ਼ੈਂਟਲੀ ਡਿਵੈਲਪਡ ਡਿਸਟ੍ਰੀਬਿਊਟਡ ਐਂਡ ਸਪੋਰਟਡ ਬਾਈ ਓਰੈਕਲ ਇਸ ਟਾਈਮ ਓਰੈਕਲ ਦੇ ਅੰਡਰ ਆ ਰਿਹਾ MySQL ਓਰੈਕਲ ਵਾਲਿਆਂ ਨੇ ਇਹਨੂੰ ਟੇਕ ਓਵਰ ਕੀਤਾ ਹੈ ਐਂਡ ਇਹਦੇ ਵਿੱਚ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ ਦੀਆਂ ਸਾਰੀਆਂ ਪ੍ਰੋਪਰਟੀਜ਼ ਹੈ ਨਾਓ ਵਾਟ ਇਜ਼ RDBMS ਇੱਕ ਹੁੰਦਾ DBMS ਇੱਕ ਹੁੰਦਾ ਰਿਲੇਸ਼ਨਲ ਡਾਟਾ DBMS ਠੀਕ ਹੈ ਅਗਰ ਸਿੰਪਲ DBMS ਦੀ ਗੱਲ ਕੀਤੀ ਜਾਏ ਤਾਂ ਉਹਦੇ ਵਿੱਚ ਕਿਸੇ ਵੀ ਫੋਰਮ ਦੇ ਵਿੱਚ ਅਸੀਂ ਡਾਟਾ ਸਟੋਰ ਕਰ ਸਕਦੇ ਹਾਂ ਕੰਪਲਸਰੀ ਨਹੀਂ ਹੈ ਕਿ ਅਸੀਂ ਉਹਨੂੰ ਰਿਲੇਸ਼ਨ ਮਤਲਬ ਟੇਬਲ ਦੀ ਫੋਰਮ ਦੇ ਵਿੱਚ ਹੀ ਰੱਖਣਾ ਬਟ ਜਿਹੜਾ RDBMS ਹੈ ਉਹ ਕਹਿੰਦਾ ਕਿ ਹਰ ਤਰ੍ਹਾਂ ਦਾ ਡਾਟਾ ਟੈਬੂਲਰ ਫੋਰਮ ਦੇ ਵਿੱਚ ਹੀ ਸਟੋਰ ਹੋਏਗਾ ਇਹ ਡਿਫਰੈਂਸ ਹੈ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ ਜਾਂ ਫਿਰ ਨੋਰਮਲ ਡਾਟਾਬੇਸ ਮੈਨੇਜਮੈਂਟ ਸਿਸਟਮ ਦੇ ਵਿੱਚ ਅਗਰ ਪੁੱਛਿਆ ਜਾਏ ਤਾਂ ਇਹੀ ਕਹੋਗੇ ਕਿ ਇੱਕ ਡਾਟਾਬੇਸ ਮੈਨੇਜਮੈਂਟ ਸਿਸਟਮ ਇਹ ਹੈ ਜਿਹਦੇ ਵਿੱਚ ਡਾਟਾ ਮਲਟੀਪਲ ਡਾਟਾ ਸਟੋਰ ਕਰ ਰਿਹਾ ਸੀ ਸੇਮ ਟਾਈਮ ਤੇ ਦੈਟ ਇਜ਼ ਡਾਟਾਬੇਸ ਮੈਨੇਜਮੈਂਟ ਸਿਸਟਮ ਬਟ ਅਗਰ ਉਹ ਡਾਟਾ ਰਿਲੇਸ਼ਨ ਦੀ ਫੋਰਮ 'ਚ ਹੀ ਸੇਵ ਹੋ ਰਿਹਾ ਰਿਲੇਸ਼ਨ ਮੀਨ ਟੇਬਲ ਦੀ ਫੋਰਮ 'ਚ ਹੀ ਸੇਵ ਹੋ ਰਿਹਾ ਜਿਹਦੇ ਵਿੱਚ ਰੋਜ਼ ਐਂਡ ਕੋਲਮਸ ਯੂਜ਼ ਹੋ ਰਹੇ ਨੇ ਦੈਨ ਉਹ RDBMS ਹੈ ਠੀਕ ਹੈ ਹੁਣ ਤੱਕ ਅਸੀਂ ਜਿਹੜੇ ਲਾਸਟ ਸਮੈਸਟਰ ਵਿੱਚ RDBMS ਇੱਕ DBMS ਸਬਜੈਕਟ ਪੜ੍ਹਿਆ ਉਹਦੇ ਵਿੱਚ ਅਸੀਂ
MySQL ਕੀਤਾ ਹੋਏਗਾ ਜਾਂ ਫਿਰ ਤੁਸੀਂ Oracle ਕੀਤਾ ਹੋਏਗਾ, 2 ਸੌਫਟਵੇਅਰਸ ਮੋਸਟਲੀ ਕਰਵਾਏ ਜਾਂਦੇ ਆ, ਠੀਕ ਹੈ। ਇਹ ਦੋਨੋਂ ਸੌਫਟਵੇਅਰਸ ਜਿਹੜੇ ਹੈ ਇਹ RDBMS ਬੇਸਡ ਹੈ। ਬਟ ਜਿਹੜਾ ਤੁਹਾਨੂੰ MST3 ਦੇ ਵਿੱਚ ਕਿਹਾ ਸੀ NoSQL, MongoDB, ਕੁਛ ਇਸ ਤਰ੍ਹਾਂ ਦੀ ਚੀਜ਼ਾਂ ਕਰਨੀਆਂ, ਉਹ ਜਿਹੜੇ ਹੈ ਉਹ ਹੈਗੇ ਸਾਡੇ ਨੋਰਮਲ ਡਾਟਾਬੇਸ ਮੈਨੇਜਮੈਂਟ ਸਿਸਟਮ। ਉਹ ਰਿਲੇਸ਼ਨਲ ਨਹੀਂ ਹੈ, ਉਹ ਟੇਬਲ ਦੀ ਫੋਰਮ 'ਚ ਡਾਟਾ ਨਹੀਂ ਸਟੋਰ ਕਰਦੇ, ਉਹ ਫਾਈਲ ਦੀ ਫੋਰਮ ਦੇ ਵਿੱਚ ਜਾਂ ਕਿਸੇ ਹੋਰ ਫੋਰਮੈਟ ਵਿੱਚ ਸਟੋਰ ਕਰਦੇ ਆ। ਉਹ ਕਿੱਦਾਂ ਕਰਦੇ ਉਹ ਆਪਾਂ ਸਮਝਾਂਗੇ ਅੱਗੇ, ਠੀਕ ਹੈ। ਸੋ ਜਦੋਂ ਵੀ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ ਦੀ ਗੱਲ ਆਵੇ ਤਾਂ ਉਹਦੇ ਵਿੱਚ ਇੱਕ ਚੀਜ਼ ਮੈਂਸ਼ਨ ਕਰਨਾ ਜ਼ਰੂਰੀ ਹੈ ਕਿ ਇਹ ਰਿਲੇਸ਼ਨਲ ਫੋਰਮ ਦੇ ਵਿੱਚ, ਮਤਲਬ ਟੈਬੂਲਰ ਫੋਰਮ ਦੇ ਵਿੱਚ ਡਾਟਾ ਸਟੋਰ ਕਰਦਾ ਹੈ। ਐਂਡ ਡਿਫਰੈਂਟ ਟੇਬਲਸ ਇੱਕ ਦੂਸਰੇ ਦੇ ਨਾਲ ਰਿਲੇਟਿਡ ਹੁੰਦੇ ਆ ਕਿਸੇ ਨਾ ਕਿਸੇ ਕੀ ਵੈਲਿਊ ਦੀ ਹੈਲਪ ਦੇ ਨਾਲ। ਕੀਜ਼ ਮਤਲਬ ਪ੍ਰਾਇਮਰੀ ਕੀ, ਫੋਰਨ ਕੀ, ਕੁਛ ਇਸ ਤਰ੍ਹਾਂ ਦੀ ਕੀਜ਼ ਦੀ ਹੈਲਪ ਦੇ ਨਾਲ ਇੱਕ ਦੂਸਰੇ ਨਾਲ ਉਹ ਲਿੰਕਡ ਹੁੰਦੇ ਆ ਟੇਬਲਸ। ਮੋਰਓਵਰ ਡਿਫਰੈਂਟ ਟੇਬਲਸ ਇੱਕ ਦੂਸਰੇ ਨਾਲ ਲਿੰਕ ਹੋਣ ਦਾ ਇੱਕ ਹੋਰ ਮੈਥਡ ਹੈ ਉਹਨਾਂ ਕੋਲ ਡਾਟਾਬੇਸ। ਸਿੰਗਲ ਡਾਟਾਬੇਸ 'ਚ ਮਲਟੀਪਲ ਅਗਰ ਟੇਬਲਸ ਹੈ ਦੈਨ ਆਲਸੋ ਦੇ ਆਰ ਲਿੰਕ ਟੂ ਈਚ ਅਦਰ, ਠੀਕ ਹੈ। ਬਾਕੀ ਡਾਟਾਬੇਸ ਕੀ ਹੈ, ਰਿਪੋਜ਼ਿਟਰੀ ਹੈ ਡਿਫਰੈਂਟ ਡਾਟਾ ਦੀ ਟੈਬੂਲਰ ਫੋਰਮ ਦੇ ਵਿੱਚ ਜਾਂ ਫਿਰ ਨੋਰਮਲ ਫੋਰਮ 'ਚ। ਅਗਰ ਸਿੰਪਲ ਡਾਟਾਬੇਸ ਦੀ ਗੱਲ ਕਰੀਏ, ਅਗਰ ਰਿਲੇਸ਼ਨਲ ਡਾਟਾਬੇਸ ਦੀ ਗੱਲ ਕਰੀਏ ਤਾਂ ਉਹ ਟੈਬੂਲਰ ਫੋਰਮ 'ਚ ਹੀ ਹੋਏਗੀ, ਦੂਸਰੀ ਫੋਰਮ 'ਚ ਨਹੀਂ ਹੋਏਗੀ। ਐਂਡ ਡਾਟਾਬੇਸ ਦੇ ਵਿੱਚ ਡਿਫਰੈਂਟ ਟੇਬਲਸ ਹੁੰਦੇ ਆ, ਟੇਬਲਸ ਦੇ ਵਿੱਚ ਰੋਜ਼ ਐਂਡ ਕੋਲਮਸ ਦਾ ਕੰਬੀਨੇਸ਼ਨ ਹੁੰਦਾ ਹੈ। ਇੱਕ ਰੋ ਨੂੰ ਅਸੀਂ ਰਿਕਾਰਡ ਵੀ ਕਹਿੰਦੇ ਆ ਐਂਡ ਇੱਕ ਕੋਲਮ ਨੂੰ ਅਸੀਂ ਫੀਲਡ ਕਹਿੰਦੇ ਆ ਜਾਂ ਫਿਰ ਡੋਮੇਨ ਕਹਿੰਦੇ ਆ। ਮੈਨੇਜਮੈਂਟ ਸਿਸਟਮ ਕੀ ਹੈ, ਕੁਛ ਵੀ ਮੈਨੇਜ ਕਰਨ ਵਾਲਾ ਕੰਮ। ਜਿਹੜੇ ਵੀ ਕੋਈ ਵੀ ਸਿਸਟਮ ਜਿਹੜਾ ਕੁਛ ਮੈਨੇਜ ਕਰੇ ਕਿਸੇ ਵੀ ਤਰ੍ਹਾਂ ਦੇ ਆਪਰੇਸ਼ਨਸ ਨੂੰ, ਲਾਈਕ ਇਨਸਰਟ, ਡਿਲੀਟ, ਅਪਡੇਟ, ਮੋਡੀਫਾਈ, ਸਿਲੈਕਟ, ਕ੍ਰੀਏਟ, ਇਹ ਸਾਰੇ ਜੋ ਵੀ ਅਸੀਂ ਆਪਰੇਸ਼ਨਸ ਪਰਫੋਰਮ ਕਰਦੇ ਹਾਂ ਡਾਟਾਬੇਸ 'ਤੇ, ਉਹ ਸਾਰੇ ਮੈਨੇਜ ਕਰਨਾ ਉਹ ਹੈ ਮੈਨੇਜਮੈਂਟ ਸਿਸਟਮ ਦਾ ਕੰਮ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਬਣਿਆ ਸਾਡਾ ਇੱਕ RDBMS। ਨੈਕਸਟ ਆਉਂਦੀ ਗੱਲ MySQL ਦੀ। ਹੁਣ MySQL ਦੇ ਵਿੱਚ RDBMS ਤਾਂ ਇੰਪਲੀਮੈਂਟਡ ਹੈ, ਮਤਲਬ ਇਹਦੀਆਂ ਸਾਰੀਆਂ ਪ੍ਰੋਪਰਟੀਜ਼ MySQL ਦੇ ਕੋਲ ਹੈ। ਇਸ ਤੋਂ ਇਲਾਵਾ MySQL ਕੋ ਕੀ ਹੈ ਤੇ ਡਾਟਾਬੇਸ ਮੈਨੇਜਮੈਂਟ ਸਿਸਟਮ, ਬਟ ਇਹ ਕਲਾਇੰਟ ਸਰਵਰ ਆਰਕੀਟੈਕਚਰ ਦੇ ਬੇਸ ਤੇ ਹੈ। ਮਤਲਬ ਡਿਫਰੈਂਟ ਕਲਾਇੰਟਸ ਸੇਮ ਟਾਈਮ ਤੇ ਇੱਕ ਸਰਵਰ ਤੋਂ ਰਿਕੁਐਸਟ ਕਰਦੇ ਨੇ ਐਂਡ ਡਿਫਰੈਂਟ ਡਾਟਾਬੇਸਿਸ ਦੇ ਵਿੱਚੋਂ ਡਿਫਰੈਂਟ ਟੇਬਲਸ ਨੂੰ ਸੇਮ ਟਾਈਮ ਤੇ ਅਸੈਸ ਕਰ ਸਕਦੇ ਆ, ਠੀਕ ਹੈ। ਮੋਰਓਵਰ MySQL ਜਿਹੜਾ ਸਪੋਰਟਡ ਔਨ ਕਿੱਥੇ ਸਪੋਰਟਡ ਹੈ, ਵਿੰਡੋਜ਼ ਤੇ ਹੈ, ਰੈਡ ਹੈਟ ਤੇ ਹੈ, ਫੈਡੋਰਾ ਲਾਈਨਕਸ ਤੇ ਹੈ, ਡੈਬੀਅਨ ਲਾਈਨਕਸ ਤੇ ਹੈ, ਐਂਡ ਇਹ ਚੀਜ਼ਾਂ ਦੇ MySQL ਸਪੋਰਟਡ ਹੈ। ਕਈ ਜਿਹੜੇ ਸਾਡੇ ਆਪਰੇਟਿੰਗ ਸਿਸਟਮਸ ਹੈ ਉਹਨਾਂ ਵਿੱਚ MySQL ਸਪੋਰਟ ਨਹੀਂ ਹੈ। ਉਹਨਾਂ ਦੇ ਕੇਸ ਦੇ ਵਿੱਚ ਅਸੀਂ MySQL ਦੀ ਜਗ੍ਹਾ Oracle ਯੂਜ਼ ਕਰਦੇ ਹਾਂ, ਠੀਕ ਹੈ। ਬਟ ਹਾਂ ਕੋਈ ਨਾ ਕੋਈ ਤੁਹਾਨੂੰ ਸੋਫਟਵੇਅਰ ਮਿਲ ਜਾਂਦਾ RDBMS ਬੇਸਡ ਜਿਹੜਾ ਹਰ ਕਿਸੇ ਨਾ ਕਿਸੇ ਆਪਰੇਟਿੰਗ ਸਿਸਟਮ ਤੇ ਸਪੋਰਟਡ ਹੋਵੇ, ਠੀਕ ਹੈ। ਨੈਕਸਟ ਪਾਰਟ ਆਉਂਦਾ ਸਾਡੇ, ਅੱਛਾ ਇਹ MySQL ਦੇ ਬਾਰੇ ਇਹ ਚੀਜ਼ ਯਾਦ ਰੱਖਿਓ ਕਿ MySQL ਜਿਹੜਾ ਕਲਾਇੰਟ ਸਰਵਰ ਆਰਕੀਟੈਕਚਰ ਤੇ ਹੀ ਬੇਸਡ ਹੈ ਐਂਡ ਇਹਦੇ ਵਿੱਚ RDBMS ਦੀਆਂ ਸਾਰੀਆਂ ਪ੍ਰੋਪਰਟੀਜ਼ ਹੈ। ਸੋ ਤੁਸੀਂ ਅਗਰ ਬਾਈ ਚਾਂਸ ਤੁਹਾਨੂੰ ਕੁਐਸਚਨ ਆਉਂਦਾ ਐਕਸਪਲੇਨ MySQL ਐਂਡ ਇਟਸ ਫੀਚਰ, ਤਾਂ ਉਸ ਕੇਸ 'ਚ ਤੁਸੀਂ ਪਹਿਲਾ ਫੀਚਰ ਇਹੀ ਕਹੋਗੇ ਕਿ ਕਲਾਇੰਟ ਸਰਵਰ ਆਰਕੀਟੈਕਚਰ ਹੈ, ਠੀਕ ਹੈ। ਦੂਸਰਾ ਫੀਚਰ ਤੁਸੀਂ ਦੱਸੋਗੇ RDBMS ਬੇਸਡ ਹੈ, ਤਾਂ ਦੈਨ ਤੁਸੀਂ RDBMS ਨੂੰ ਪੂਰਾ ਐਕਸਪਲੇਨ ਵੀ ਕਰ ਸਕਦੇ ਹੋ ਕਿ RDBMS ਹੈ ਕੀ। ਉਹਦੇ ਨਾਲ ਇੱਕ ਤਾਂ ਤੁਹਾਡੇ ਕੁਐਸਚਨ ਦੀ ਲੈਂਥ ਵਧੇਗੀ, ਦੂਸਰਾ ਜਿਹੜਾ ਚੈੱਕਰ ਹੋਏਗਾ ਉਹਨੂੰ ਚੈਕਿੰਗ ਦੇ ਟਾਈਮ ਤੇ ਪਤਾ ਲੱਗਦਾ ਹੈ ਕਿ ਹਾਂ ਇਹਨੂੰ ਕੁਛ ਆਂਦਾ ਸੀ ਜਾਂ ਨਹੀਂ ਆਂਦਾ ਸੀ, ਉਹਦੇ ਤੋਂ ਵੀ ਪਤਾ ਲੱਗ ਜਾਂਦਾ, ਠੀਕ ਹੈ। ਨੈਕਸਟ ਪਾਰਟ ਹੈ ਜੀ MySQL ਯੂਜ਼ ਕੌਣ ਕਰ ਰਿਹਾ ਜੀ ਇਸ ਟਾਈਮ ਤੇ। ਫੇਸਬੁੱਕ, ਵਿਕੀਪੀਡੀਆ, ਗੂਗਲ ਸਰਚ ਕਰਨ ਦੇ ਲਈ ਨਹੀਂ, ਜਿਵੇਂ ਕਿ ਜੀਮੇਲ ਵਗੈਰਾ ਸਟੋਰ ਕਰਨ ਦੇ ਲਈ ਜਾਂ ਫਿਰ ਤੁਹਾਡਾ ਡਾਟਾ ਅਸੈਸ ਕਰਨ ਦੇ ਲਈ, ਲਾਈਕ ਤੁਹਾਡਾ ਕਿੰਨੇ ਉਹਨਾਂ ਦੇ ਜੀਮੇਲ ਆਈਡੀਜ਼ ਬਣਾਈਆਂ ਹੋਈਆਂ, ਉਹਨਾਂ ਸਾਰਾ ਡਾਟਾ ਸਟੋਰ ਕਰਨ ਦੇ ਲਈ ਉਹ MySQL ਯੂਜ਼ ਕਰ ਰਿਹਾ। ਬਟ ਜਿਹੜੇ ਸਰਚ ਦੇ ਕੇਸ 'ਚ ਕਰੀਏ ਤਾਂ ਉਸ ਟਾਈਮ ਤੇ ਉਹ MySQL ਨਹੀਂ ਕਰਦਾ, ਉਸ ਟਾਈਮ ਉਹ NoSQL ਯੂਜ਼ ਕਰ ਰਿਹਾ ਗੂਗਲ, ਠੀਕ ਹੈ। YouTube, ਫਲਿੱਕਰ ਸਾਰੇ MySQL ਤੇ ਬੇਸਡ ਹੈ। ਵਰਡਪ੍ਰੈਸ, ਡਰੂਪਲ, ਜ਼ੂਮਲਾ ਇਹ ਸਾਰੇ ਵੀ MySQL ਬੇਸਡ ਹੈ, ਠੀਕ ਹੈ। ਜਾਂ ਜਿੰਨੇ ਵੀ ਵੈਬ ਡਿਵੈਲਪਰਸ ਅਸੀਂ ਜਿਹੜੇ ਵੀ ਕੰਮ ਕਰਦੇ ਹੋ MySQL ਨੂੰ ਯੂਜ਼ ਕਰਦੇ ਵੈਬ ਐਪਲੀਕੇਸ਼ਨਸ ਦੇ ਵਿੱਚ। ਈਜ਼ੀਐਸਟ ਐਗਜ਼ਾਮਪਲ ਅਗਰ ਦੇਖਣੀ ਹੋਏ ਤਾਂ ਅਸੀਂ ਲੋਕਲ ਹੋਸਟ ਜਦੋਂ ਆਪਾਂ ਐਗਜ਼ਾਮ ਸਰਵਰ ਜਦੋਂ ਇੰਸਟਾਲ ਕੀਤਾ ਉਸ ਟਾਈਮ ਤੇ ਅਪਾਚੇ ਸਰਵਰ ਵੀ ਇੰਸਟਾਲ ਹੋਇਆ ਐਂਡ ਉਹਦੇ ਨਾਲ ਨਾਲ MySQL ਸਰਵਰ ਵੀ ਖੁਦ ਬ ਖੁਦ ਇੰਸਟਾਲ ਹੋਇਆ। ਅਸੀਂ ਸਿਰਫ ਉਹਨੂੰ ਸਟਾਰਟ ਨਹੀਂ ਕੀਤਾ ਹਜੇ ਤੱਕ, ਠੀਕ ਹੈ। ਉਹ ਪ੍ਰੋਪਰਟੀ ਵੀ ਜਿਹੜੀ ਬੇਸਿਕਲੀ MySQL ਦੀ ਹੀ ਹੈ। ਅਸੀਂ MySQL ਵੈਬ ਐਪਲੀਕੇਸ਼ਨਸ ਮਤਲਬ PHP ਦੀ ਹੈਲਪ ਨਾਲ ਕੋਈ ਵੀ ਐਪਲੀਕੇਸ਼ਨ ਬਣਾਉਣੀ ਹੈ ਜਾਂ ASP ਦੀ ਹੈਲਪ ਨਾਲ ਕੋਈ ਵੀ ਐਪਲੀਕੇਸ਼ਨ ਬਣਾਉਣੀ ਹੈ, ਉਹਦੇ ਲਈ ਅਸੀਂ ਯੂਜ਼ ਕਰਦੇ ਹਾਂ। ਕਲੀਅਰ ਇੱਥੇ ਤੱਕ? ਯੈਸ ਮੈਮ। ਓਕੇ, यस मैम। ਨੈਕਸਟ ਹੈ ਕੁਝ ਫੀਚਰਸ ਹੈਲੋ MySQL ਮੈਮ। ਦੇ। ਹਾਂਜੀ ਹਾਂਜੀ ਫਿਰਦੌਸ। ਮੈਮ ਜੁਮਲਾ ਕੀ ਹੁੰਦਾ ਹੈ? ਜ਼ੂਮਲਾ ਕੀ ਹੈ? ਬੇਸਿਕਲੀ ਇਹ CMS ਹੈ। ਹਾਂਜੀ ਕੱਲ ਦੱਸਿਆ ਸੀ ਜ਼ੂਮਲਾ ਵਰਡਪ੍ਰੈਸ ਬੇਸਿਕਲੀ PHP ਬੇਸਡ GUIs ਬੇਸਿਕਲੀ IDEs ਹੈ ਜਿਹੜੇ ਕਿ ਹੈਲਪ ਕਰਦੇ ਆ ਸਾਨੂੰ
ਕੋਈ ਵੀ ਵੈਬ ਐਪਲੀਕੇਸ਼ਨ ਜਾਂ ਕੋਈ ਵੈਬਸਾਈਟ ਬਣਾਉਣ ਦੇ ਲਈ ਪ੍ਰੀ ਡਿਫਾਈਨਡ ਕੁਛ ਫੀਚਰਸ ਪ੍ਰੋਵਾਈਡ ਕਰਦੇ ਆ, ਲਾਈਕ ਕੁਛ ਪ੍ਰੀ ਡਿਫਾਈਨਡ ਟੈਂਪਲੇਟਸ ਪ੍ਰੋਵਾਈਡ ਕਰ ਦਿੱਤੇ, ਪ੍ਰੀ ਡਿਫਾਈਨਡ ਫੰਕਸ਼ਨਸ ਪ੍ਰੋਵਾਈਡ ਕਰਤੇ, ਤਾਂ ਕਿ ਸਾਨੂੰ ਜ਼ਿਆਦਾ ਐਫਰਟਸ ਨਾ ਕਰਨੇ ਪੈਣ। ਮਤਲਬ ਹੈਲਪਿੰਗ ਹੈਂਡ ਹੈ PHP ਦੀ ਵੈਬਸਾਈਟ। ਇੱਕ ਤਾਂ ਆਪਸ਼ਨ ਹੈ ਕਿ ਮੈਂ ਸਾਰਾ ਕੋਡ ਖੁਦ ਲਿਖਾਂ, CSS ਦੀ ਕੋਡਿੰਗ ਵੀ ਕਰਾਂ, ਠੀਕ ਹੈ। ਦੂਸਰਾ ਆਪਸ਼ਨ ਹੈ ਕਿ ਮੈਂ ਬਣੇ ਬਣਾਈ CSS ਦੇ ਕੋਡ ਯੂਜ਼ ਕਰਾਂ। ਹੁਣ ਉਹ ਬਣੇ ਬਣਾਏ CSS ਦੇ ਕੋਡ ਜਾਂ ਫਿਰ ਬਣੇ ਬਣਾਏ ਕੁਛ ਕਨੈਕਟੀਵਿਟੀ ਦੇ ਕੋਡ ਅਸੀਂ ਯੂਜ਼ ਕਰਨੇ ਆ, ਤਾਂ ਉਸ ਕੇਸ 'ਚ ਅਸੀਂ ਜ਼ੂਮਲਾ ਯੂਜ਼ ਕਰ ਲੈਂਦੇ ਹਾਂ। ਮਤਲਬ ਜੇ ਸੇਮ ਹੈ ਲਾਈਕ ਅਗਰ ਤੁਸੀਂ ਜਾਵਾ ਜਿਨ੍ਹਾਂ ਨੇ ਕੀਤੀ ਹੈ, ਐਕਲਿਪਸ ਦੇ ਵਿੱਚ ਸਾਰਾ ਕੋਡ ਖੁਦ ਲਿਖਣਾ ਪੈਂਦਾ, ਬਟਨ ਤੱਕ ਖੁਦ ਬਣਾਉਣੇ ਪੈਂਦੇ ਆ। ਨੈਟਬੀਨਸ 'ਚ ਬਟਨ ਬਣੇ ਬਣਾਏ ਮਿਲਦੇ ਆ, ਜਸਟ ਡਰੈਗ ਐਂਡ ਡਰੋਪ ਕਰੋ ਐਂਡ ਯੂਜ਼ ਕਰੋ। ਸੋ ਉਸ ਕੇਸ 'ਚ ਨੈਟਬੀਨਸ ਜਿਹੜਾ ਉਹ ਜ਼ੂਮਲਾ ਦਾ ਕੰਮ ਕਰ ਰਿਹਾ, ਐਂਡ ਅਗਰ ਅਸੀਂ ਖੁਦ ਟਾਈਪ ਕਰ ਰਹੇ ਹਾਂ ਸਾਰਾ ਕੰਮ, ਦੈਨ ਦੈਟ ਇਜ਼ ਯੂਜ਼ਰ ਡਿਫਾਈਨਡ PHP ਕੋਡ। ਓਕੇ ਮੈਮ। ਓਕੇ ਮੈਮ ਇੱਕ ਡਾਊਟ ਸੀਗਾ ਹਾਂਜੀ ਮੈਮ, ਜਿਹੜਾ ਸਾਡਾ MySQL ਹੈਗਾ ਮੈਮ, ਡਾਟਾ ਸੇਵ ਕਿੱਥੇ ਕਰਦਾ ਹੈ ਮੈਮ? ਜਿਹਦਾ ਕਲਾਊਡ ਤੇ ਕਰਦਾ ਸਰਵਰ ਵਾ? ਹੈ, ਇਹ ਸਰਵਰ ਹੈ ਬੇਸਿਕਲੀ। MySQL is a server. ਓਕੇ ਮੈਮ। ਓਕੇ ਨੈਕਸਟ ਹੈ ਫੀਚਰਸ ਆਫ MySQL। ਕੀ ਹੈ ਫੀਚਰਸ? ਫਸਟ ਫੀਚਰ ਹੈ ਇਹਦਾ ਸਪੀਡ ਹੈ, ਕਾਫੀ ਸਪੀਡੀ ਵਰਕ ਕਰਦਾ। ਕਿਉਂਕਿ ਟੇਬਲਰ ਫਾਰਮ 'ਚ ਅਗਰ ਡਾਟਾ ਹੋਏਗਾ ਤਾਂ ਸਾਨੂੰ ਫਾਈਂਡ ਆਊਟ ਕਰਨਾ ਈਜ਼ੀ ਹੈ। ਟੇਬਲ ਦੀ ਇੱਕ ਪ੍ਰਾਇਮਰੀ ਕੀ ਚਾਹੀਦੀ ਹੈ, ਪ੍ਰਾਇਮਰੀ ਕੀ ਅਗਰ ਯੂਨੀਕ ਰੱਖੀ ਹੈ, ਠੀਕ ਹੈ, ਉਸ ਕੇਸ 'ਚ ਅਸੀਂ ਸਿੰਪਲੀ ਆਪਣੀ ਪ੍ਰਾਇਮਰੀ ਕੀ ਯਾਦ ਰੱਖਾਂਗੇ ਕਿ ਮੈਨੂੰ ਇਸ ਰੋ ਦਾ ਡਾਟਾ ਚਾਹੀਦਾ ਜਾਂ ਇਸ ਪ੍ਰਾਇਮਰੀ ਕੀ ਵਾਲਾ ਡਾਟਾ ਚਾਹੀਦਾ, ਐਂਡ ਅਸੀਂ ਈਜ਼ੀਲੀ ਫਾਈਂਡ ਆਊਟ ਕਰ ਸਕਦੇ ਹਾਂ ਡਾਟਾ। ਮਤਲਬ ਸਰਚ ਆਪਰੇਸ਼ਨ ਈਜ਼ੀ ਹੈ। ਅਗਰ ਅਸੀਂ ਐਂਟਰੀ ਇਨਸਰਟ ਕਰਨੀ ਹੈ, ਦੈਨ ਆਲਸੋ ਲਾਸਟ ਐਂਟਰੀ ਲਾਸਟ ਰੋ ਤੋਂ ਬਾਅਦ ਡਾਇਰੈਕਟਲੀ ਇਨਸਰਟ ਕਰੋ ਐਂਡ ਉਹਦੀ ਪ੍ਰਾਇਮਰੀ ਕੀ ਨੋਟ ਡਾਊਨ ਕਰ ਲਓ, ਉਹ ਵੀ ਈਜ਼ੀ ਹੈ। ਰੈਦਰ ਦੈਨ ਅਗਰ ਮੈਂ ਫਾਈਲਸ ਕਿੰਨੀਆਂ ਬੜੀਆਂ ਆਪਣੇ ਇੱਕ ਫੋਲਡਰ 'ਚ ਰੱਖ ਲਵਾਂ, ਉਸ ਟਾਈਮ ਤੇ ਫਾਈਲ ਨੂੰ ਫਾਈਂਡ ਆਊਟ ਕਰਨਾ ਇਜ਼ ਵੈਰੀ ਡਿਫੀਕਲਟ। ਬਟ ਇਹਦੇ ਵਿੱਚ ਪ੍ਰਾਇਮਰੀ ਕੀ ਦਾ ਫੀਚਰ ਹੈ ਸਾਡੇ ਕੋਲ, ਉਹਦੀ ਹੈਲਪ ਦੇ ਨਾਲ ਸਾਡਾ ਸਾਰੇ ਵਰਕਸ ਜਿੰਨੇ ਵੀ ਸਾਡੇ ਆਪਰੇਸ਼ਨਸ ਹੈ ਉਹ ਸਪੀਡੀ ਹੁੰਦੇ ਆ। ਮੋਰਓਵਰ ਅਗਰ ਅਸੀਂ ਕਲਾਊਡ ਦੀ ਗੱਲ ਕਰੀਏ, ਕਲਾਊਡ ਤੇ ਡਾਟਾ ਅਗਰ MySQL ਦਾ ਸਟੋਰ ਕਰ ਰਹੇ ਹਾਂ, ਤਾਂ ਉਸ ਕੇਸ 'ਚ ਵੀ ਕਲਾਊਡ ਤੋਂ ਡਾਟਾ ਰਿਟਰੀਵ ਕਰਨਾ, ਕਲਾਊਡ ਦੇ ਜਿਹੜੇ ਸਰਵਰ ਪ੍ਰੋਵਾਈਡਰ ਹੁੰਦੇ ਨੇ ਉਹਨਾਂ ਕੋਲੋਂ ਡਾਟਾ ਰਿਟਰੀਵ ਕਰਨ ਦੇ ਲਈ ਅਗਰ ਅਸੀਂ ਪ੍ਰਾਇਮਰੀ ਕੀ ਯੂਜ਼ ਕਰਦੇ ਹਾਂ ਜਾਂ ਫਿਰ ਅਸੀਂ ਕੋਈ ਕੁਛ ਨਾ ਕੁਛ ਸਿਲੈਕਟ ਆਪਰੇਸ਼ਨ ਦੇ ਵਿੱਚ ਕੋਈ ਵੇਅਰ ਕੰਡੀਸ਼ਨ ਲਗਾ ਕੇ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਉਹਨੂੰ ਕੰਡੀਸ਼ਨ, ਦੈਨ ਸਾਡੇ ਲਈ ਇੱਕ ਤਾਂ ਸਰਚ ਓਪਟੀਮਾਈਜ਼ ਹੋ ਜਾਂਦੀ ਹੈ ਐਂਡ ਰਿਟਰੀਵਲ ਈਜ਼ੀ ਹੁੰਦਾ। ਮਤਲਬ ਬੇਸਿਕਲੀ ਜਿੱਦਾਂ ਵੀ ਹੈ ਹਰ ਤਰ੍ਹਾਂ ਨਾਲ ਇਹਦਾ ਕੰਮ ਸਪੀਡੀ ਹੈ ਬਾਕੀ ਸਾਰੇ ਆਪਰੇਸ਼ਨਸ ਨਾਲੋਂ, ਠੀਕ ਹੈ। ਨੈਕਸਟ ਹੈ ਈਜ਼ੀ ਟੂ ਯੂਜ਼। ਹੁਣ ਤੱਕ ਕੀਤਾ ਹੀ ਹੈ, ਪਤਾ ਹੀ ਹੈ ਈਜ਼ੀ ਹੈ। ਈਜ਼ੀ ਕਿੱਦਾਂ ਹੈ? ਇਹਦੇ ਵਿੱਚ ਚਾਰ ਪਾਰਟਸ ਹੁੰਦੇ ਬੇਸਿਕਲੀ, ਠੀਕ ਹੈ। ਫਸਟ ਪਾਰਟ ਹੁੰਦਾ MySQL ਐਡਮਿਨਿਸਟ੍ਰੇਟਰ ਵਾਲਾ। ਇਹਦੇ ਵਿੱਚ ਕੀ ਹੁੰਦਾ, ਸਾਰੇ ਅਸੀਂ ਪਾਸਵਰਡਸ MySQL ਦੇ ਕਿਹੜੇ ਰੱਖਣੇ, ਅਸੀਂ ਮੋਸਟਲੀ ਰੂਟ ਪਾਸਵਰਡ ਰੱਖਿਆ ਹੁੰਦਾ, ਠੀਕ ਹੈ। ਉਹ ਸਾਰੇ ਪਾਸਵਰਡਸ ਮੈਨੇਜ ਕਰਨੇ, ਜਾਂ ਫਿਰ ਕੋਈ ਯੂਜ਼ਰ ਇੱਕ ਨਵਾਂ ਐਡ ਕਰਨਾ। ਰੂਟ ਦੀ ਬਜਾਏ ਅਸੀਂ ਇੱਕ ਉਹ ਵੀ ਹੁੰਦਾ ਸੀਗਾ ਟਾਈਗਰ ਹੁੰਦਾ ਸੀ ਉਹਦਾ ਯੂਜ਼ਰ ਨੇਮ ਐਂਡ ਉਹਦਾ ਕੋਈ ਨਾ ਕੋਈ ਪਾਸਵਰਡ ਸਕੋਟ ਵਗੈਰਾ ਰੱਖਦੇ ਹੁੰਦੇ ਸੀ, ਠੀਕ ਹੈ। ਇਹ ਚੀਜ਼ਾਂ ਸਾਰੀਆਂ MySQL ਐਡਮਿਨਿਸਟ੍ਰੇਟਰ ਦੇ ਅੰਦਰ ਆਉਂਦੀਆਂ। ਨੈਕਸਟ ਪਾਰਟ ਹੈ ਕੁਐਰੀ ਬਰਾਊਜ਼ਰ। ਕੁਐਰੀ ਬਰਾਊਜ਼ਰ 'ਚ ਅਸੀਂ ਸਾਰੀਆਂ ਕੁਐਰੀਜ਼ ਐਗਜ਼ੀਕਿਊਟ ਕਰਦੇ ਹਾਂ, ਲਾਈਕ ਸਿਲੈਕਟ, ਡਿਲੀਟ, ਅਪਡੇਟ, ਇਨਸਰਟ, ਕ੍ਰੀਏਟ, ਸਾਰੀਆਂ ਕੁਐਰੀਜ਼ ਜਿਹੜੀਆਂ ਉਹ ਇੱਥੇ ਆਪਾਂ ਕਰਦੇ ਹਾਂ ਯੂਜ਼। ਨੈਕਸਟ ਹੈ ਕਨਫੀਗਰੇਸ਼ਨ ਵਿਜ਼ਾਰਡ। ਇਹਦੇ ਵਿੱਚ ਅਸੀਂ ਬੇਸਿਕਲੀ ਵਿਊਜ਼, ਅਗਰ ਤੁਸੀਂ ਪੜ੍ਹੇ ਆ ਕਿ ਵਿਊ ਕੀ ਹੁੰਦਾ ਡਾਟਾਬੇਸ ਦੇ ਵਿੱਚ, ਉਹ ਇੱਥੇ ਯੂਜ਼ ਹੁੰਦਾ। ਵਿਊ ਦਾ ਬੇਸਿਕਲੀ ਅਗਰ ਛੋਟੀ ਜਿਹੀ ਐਗਜ਼ਾਮਪਲ ਦੇਵਾਂ ਤਾਂ ਮੈਂ ਇਹ ਕਹਿ ਸਕਦੀ ਹਾਂ ਕਿ ਮੈਂ ਫੋਰ ਐਗਜ਼ਾਮਪਲ ਡਾਟਾ ਸਾਡੇ ਕਾਲਜ ਦਾ ਡਾਟਾ ਹੈ, ਠੀਕ ਹੈ। ਕਾਲਜ ਦੇ ਵਿੱਚ ਸਟੂਡੈਂਟਸ ਦਾ ਡਾਟਾ ਮੈਂ ਸਟੋਰ ਕੀਤਾ, ਉਹਦੇ ਵਿੱਚ ਸਟੂਡੈਂਟ ਦਾ ਨੇਮ, ਰੋਲ ਨੰਬਰ, ਫਾਦਰ ਨੇਮ, ਐਡਰੈਸ, ਡੇਟ ਆਫ ਬਰਥ, ਫੋਨ ਨੰਬਰ, ਈਮੇਲ ID, ਸਾਰਾ ਕੁਛ ਹੈ, ਠੀਕ ਹੈ। ਬਟ ਮੈਨੂੰ ਮੈਂ ਪ੍ਰਿਵਿਲੇਜ ਦੇਣੀ ਹੈ ਸੈਕਿੰਡ ਪਰਸਨ ਨੂੰ ਕਿ ਉਹ ਸਿਰਫ ਸਟੂਡੈਂਟ ਦਾ ਨੇਮ, ਰੋਲ ਨੰਬਰ ਐਂਡ ਫੋਨ ਨੰਬਰ ਹੀ ਦੇਖ ਸਕੇ, ਕੁਛ ਹੋਰ ਨਾ ਦੇਖ ਸਕੇ। ਬਟ ਯੈਸ ਆਹ ਤਿੰਨੋਂ ਚੀਜ਼ਾਂ ਸਾਰੀਆਂ ਉਹਨੂੰ ਹਰ ਵਾਰ ਦਿਖਣ, ਉਸ ਕੇਸ 'ਚ ਅਸੀਂ ਵਿਊ ਬਣਾ ਦਿੰਦੇ ਹਾਂ, ਠੀਕ ਹੈ। ਉਹ ਕਿੱਦਾਂ ਬਣਦਾ ਹੈ ਤੁਸੀਂ ਖੁਦ ਸਰਚ ਕਰ ਸਕਦੇ, ਕਿਉਂਕਿ DBMS ਦਾ ਪਾਰਟ ਹੈ ਇਹ, ਅਤੇ ਮੇ ਬੀ ਤੁਸੀਂ DBMS 'ਚ ਕੀਤਾ ਹੋਇਆ ਇਹ ਚੀਜ਼। ਉਹ ਚੀਜ਼ ਜਿਹੜੀ ਹੈ ਕਨਫੀਗਰੇਸ਼ਨ ਵਿਜ਼ਾਰਡ ਵਿੱਚ ਹੁੰਦੀ ਹੈ। ਦੈਨ ਨੈਕਸਟ ਹੈ MySQL ਸਿਸਟਮ ਟਰੇ। ਇਹ ਸਾਰੀ ਬੇਸਿਕਲੀ ਵਿੰਡੋ ਬੇਸ ਐਡਮਿਨਿਸਟ੍ਰੇਸ਼ਨ ਹੈ। ਮਤਲਬ ਸਾਡੇ ਜਿਹੜਾ ਵੀ ਅਸੀਂ ਆਪਰੇਟਿੰਗ ਸਿਸਟਮ ਯੂਜ਼ ਕਰ ਰਹੇ ਹਾਂ ਉਹਦੇ ਵਿੱਚ ਸਾਰਾ ਉਹ ਪ੍ਰੋਵਾਈਡ ਕਰਨਾ, GUI ਪ੍ਰੋਵਾਈਡ ਕਰਨਾ MySQL ਦੀ, ਅਤੇ ਸਾਰੇ ਫੀਚਰਸ ਪ੍ਰੋਵਾਈਡ ਕਰਨ ਦੇ ਲਈ। ਨੈਕਸਟ ਹੈ ਇਹਦਾ ਕੋਸਟ। ਇਹ ਓਪਨ ਸੋਰਸ ਹੈ, ਸੋ ਇਹਦੇ ਕੋਸਟਲੀ ਤਾਂ ਬਿਲਕੁਲ ਨਹੀਂ ਹੈ, ਠੀਕ ਹੈ। ਲੈਂਪ, ਵੈਂਪ, ਐਗਜ਼ੈਂਪ, ਮੈਂਪ ਸਾਰਿਆਂ ਦੇ ਵਿੱਚ ਇਹ ਅਵੇਲੇਬਲ ਹੈ। ਇਹਨਾਂ ਸਾਰਿਆਂ ਦਾ ਪਾਰਟ ਹੈ, ਕਿਉਂਕਿ ਇਹਨਾਂ ਦੀ ਫੁੱਲ ਫੋਰਮ ਦੇ ਵਿੱਚ ਹੀ ਪਹਿਲੀ ਗੱਲ ਤਾਂ ਇਹਨਾਂ ਦੀ ਫੁੱਲ ਫੋਰਮ ਦੇ ਵਿੱਚ ਇਹਦਾ ਨਾਮ ਆ ਰਿਹਾ, ਠੀਕ ਹੈ। ਸੈਕਿੰਡ ਥਿੰਗ, ਇਹ ਜਦੋਂ ਵੀ ਅਸੀਂ ਐਗਜ਼ੈਂਪ, ਲੈਂਪ, ਵੈਂਪ ਕੋਈ ਵੀ ਇੰਸਟਾਲ ਕਰਦੇ ਹਾਂ, MySQL ਖੁਦ ਬ ਖੁਦ ਇੰਸਟਾਲ ਹੁੰਦਾ, ਸਾਨੂੰ ਕੁਛ ਵੀ ਐਕਸਟਰਾ ਕੁਛ ਨਹੀਂ ਕਰਨਾ ਪੈਂਦਾ, ਠੀਕ ਹੈ। ਨਾਲ ਹੀ ਨਾਲ ਕੋਈ ਵੀ ਸਾਨੂੰ ਅਗਰ ਅਸੀਂ ਇਹਦੇ ਵਿੱਚ ਕੁਛ ਕੋਡ ਵਿੱਚ ਚੇਂਜਿਸ ਕਰਨਾ ਚਾਹੀਏ ਤਾਂ ਉਹ ਵੀ ਕਰ ਸਕਦੇ ਹਾਂ। ਓਪਨ ਸੋਰਸ ਹੋਣ ਕਰਕੇ ਸੋਰਸ ਕੋਡ ਅਵੇਲੇਬਲ ਹੈ, ਅਸੀਂ ਕੀ ਚੇਂਜਿਸ ਕਰਕੇ ਆਪਣੇ ਅਕੋਰਡਿੰਗ ਉਹਨੂੰ ਐਡਜਸਟ ਕਰਵਾ ਸਕਦੇ ਹਾਂ,
ਤੇ ਉਹ ਕੰਮ ਜਿਹੜਾ ਓਪਨ ਸੋਰਸ ਦੀ ਫੈਸਿਲਿਟੀ ਹੈ ਉਹ ਸਿਸਟਮ ਟਰੇ ਦੇ ਅੰਦਰ ਹੈਂਡਲ ਹੁੰਦੀ ਸਾਰੀ। ਨੈਕਸਟ ਹੈ ਕੁਐਰੀ ਲੈਂਗੁਏਜ ਸਪੋਰਟ। SQL ਦੀ ਸਪੋਰਟ ਹੈ। SQL ਅਗਰ ਕਿਸੇ ਨੂੰ ਆਉਂਦੀ ਹੈ ਉਹ MySQL ਯੂਜ਼ ਕਰ ਸਕਦਾ ਹੈ, ਠੀਕ ਹੈ। ਅਗਰ SQL ਦੀ ਸਪੋਰਟ ਨਹੀਂ ਹੁੰਦੀ ਦੈਨ MySQL ਨੂੰ ਯੂਜ਼ ਕਰਨਾ ਥੋੜ੍ਹਾ ਡਿਫਿਕਲਟ ਸੀ। SQL ਦੀ ਸਪੋਰਟ ਹੋਣ ਕਰਕੇ ਅਸੀਂ MySQL, Oracle ਕਿਸੇ ਵੀ ਸੋਫਟਵੇਅਰ ਨੂੰ ਯੂਜ਼ ਕਰ ਸਕਦੇ ਹਾਂ ਈਜ਼ੀਲੀ। ਨੈਕਸਟ ਪਾਰਟ ਹੈ ਕੈਪੇਬਿਲਿਟੀ। ਕੈਪੇਬਿਲਿਟੀ ਕੀ ਹੈ, ਮਤਲਬ ਡਿਫਰੈਂਟ ਕਲਾਇੰਟਸ ਸੇਮ ਟਾਈਪ ਤੇ MySQL ਨੂੰ ਤੋਂ ਰਿਕੁਐਸਟ ਕਰਕੇ ਆਪਣਾ ਡਾਟਾ ਅਸੈਸ ਕਰ ਸਕਦੇ ਆ, ਡਾਟਾ ਨਾਲ ਆਪਰੇਟ ਕਰ ਸਕਦੇ ਆ, ਬਿਕੋਜ਼ ਇਹਦੇ ਵਿੱਚ ਕਲਾਇੰਟ ਸਰਵਰ ਆਰਕੀਟੈਕਚਰ ਇੰਪਲੀਮੈਂਟਡ ਹੈ। ਦੈਟਸ ਵਾਈ ਇਹਦੀ ਕੈਪੇਬਿਲਿਟੀ ਬੈਟਰ ਹੈ ਬਾਕੀ ਸਾਰੇ ਡਾਟਾਬੇਸਿਸ ਤੋਂ। ਨੈਕਸਟ ਹੈ ਕਨੈਕਟੀਵਿਟੀ ਐਂਡ ਸਿਕਿਉਰਿਟੀ। ਕਨੈਕਟੀਵਿਟੀ ਦਾ ਕੋਡ ਜੋ ਸੇਮ ਇੱਕ ਲੈਂਗੁਏਜ ਵਿੱਚ ਹੈ ਸੇਮ ਉਹੀ ਦੂਸਰੀ ਲੈਂਗੁਏਜ ਚੱਲੇਗਾ, ਬਸ ਥੋੜੀ ਜਿਹੀ ਕਲਾਸਿਸ ਦਾ ਨਾਮ ਚੇਂਜ ਹੁੰਦਾ। ਸਟੈਪਸ ਸੇਮ ਹੈ, ਡਰਾਈਵਰਸ ਇੰਸਟਾਲ ਕਰੋ, ਉਸ ਤੋਂ ਬਾਅਦ ਉਹਦੇ ਕਿੱਦਾਂ ਕਨੈਕਟੀਵਿਟੀ ਕਨੈਕਸ਼ਨ ਵੇਰੀਏਬਲ ਬਣਾਓ, ਉਸ ਤੋਂ ਬਾਅਦ ਉਹਦੇ ਡਰਾਈਵਰਸ ਨੂੰ ਕਾਲ ਕਰੋ, ਦੈਨ ਕਨੈਕਸ਼ਨ ਵੇਰੀਏਬਲ ਦੀ ਹੈਲਪ ਦੇ ਨਾਲ ਉਹਦੇ ਵਿੱਚ ਡਾਟਾ ਜੋ ਵੀ ਕੁਐਰੀ ਚਲਾਉਣੀ ਹੈ ਉਹਨੂੰ ਐਗਜ਼ੀਕਿਊਟ ਕਰੋ, ਦੈਨ ਰਿਟਰੀਵ ਕਰੋ ਡਾਟਾ। ਉਹ ਸਾਰਾ ਕੰਮ ਜੋ ਹੈ ਇੱਕ ਲੈਂਗੁਏਜ ਜੋ ਯੂਜ਼ ਕਰਦੇ ਹਾਂ ਅਸੀਂ, ਜਿਹੜੀ ਵੀ ਲੈਂਗੁਏਜ ਅਸੀਂ ਟ੍ਰੇਨਿੰਗ 'ਚ ਕੀਤੀ ਹੈ ਉਸ ਲੈਂਗੁਏਜ ਵਿੱਚ ਜੋ ਸਟੈਪਸ ਹੁੰਦੇ ਸੇਮ ਉਹੀ ਸਟੈਪਸ ਹਰ ਲੈਂਗੁਏਜ ਦੇ ਵਿੱਚ ਯੂਜ਼ ਹੁੰਦੇ ਆ MySQL ਨਾਲ ਡੀਲ ਕਰਨ ਲਈ। ਪੋਰਟੇਬਿਲਿਟੀ ਹਰ ਆਪਰੇਟਿੰਗ ਸਿਸਟਮ ਤੇ ਯੂਜ਼ ਹੁੰਦਾ ਮੋਸਟਲੀ, ਕਿਸੇ ਕਿਸੇ ਦੇ ਵਿੱਚ ਨਹੀਂ ਹੁੰਦਾ ਬਸ, ਠੀਕ ਹੈ। ਤੇ ਉਸ ਕੇਸ ਦੇ ਵਿੱਚ ਜਿਨ੍ਹਾਂ ਦੇ ਵਿੱਚ ਵੀ ਹੁੰਦਾ ਹੈ ਉਹਨਾਂ ਦੇ ਵਿੱਚ ਪੋਰਟੇਬਲ ਹੈ, ਜਿਨ੍ਹਾਂ ਦੇ ਵਿੱਚ ਨਹੀਂ ਇਹ ਹੈਗਾ ਸਾਡਾ ਕੰਪੈਟੇਬਲ ਉਹਨਾਂ ਵਿੱਚ ਨਹੀਂ ਹੈ, ਠੀਕ ਹੈ। ਮਤਲਬ ਪੋਰਟੇਬਿਲਿਟੀ ਫੀਚਰ ਲਿਮਿਟਿਡ ਹੈ ਸਿਰਫ ਉਹਨਾਂ ਆਪਰੇਟਿੰਗ ਸਿਸਟਮ ਦੇ ਲਈ ਜਿਨ੍ਹਾਂ ਦੇ ਵਿੱਚ MySQL ਕੰਪੈਟੇਬਲ ਹੈ। ਫਰੈਂਡਲੀ ਹੈ PHP ਦੇ ਲਈ। PHP ਦੀ ਵੈਬਸਾਈਟਸ ਅਗਰ ਬਣਾਉਣੀ ਹੈ ਤਾਂ ਉਹਦੇ ਲਈ MySQL ਈਜ਼ੀ ਹੈ ਅਸੀਂ ਯੂਜ਼ ਕਰਨਾ ਬਾਕੀ ਸਾਰੇ ਡਾਟਾਬੇਸਿਸ ਨੂੰ ਯੂਜ਼ ਕਰਨ ਨਾਲੋਂ, ਠੀਕ ਹੈ। ਕਿੰਨੀ ਨੰਬਰ ਆਫ ਰੋਜ਼ ਹੈ, ਕਿੰਨੇ GB ਡਾਟਾ ਅਸੀਂ ਰੱਖ ਸਕਦੇ ਹਾਂ ਇੱਕ ਟੇਬਲ ਦਾ, ਟੋਟਲ ਕਿੰਨਾ ਸਾਡੇ ਡਾਟਾਬੇਸ ਦਾ ਸਾਈਜ਼ ਹੋ ਸਕਦਾ ਹੈ, ਕੁਛ ਇਸ ਤਰ੍ਹਾਂ ਦੇ ਇਹਦੇ ਲਿਮਿਟੇਸ਼ਨਸ ਹੈ, ਇਹ ਪੜ੍ਹ ਲਿਓ ਇੱਕ ਵਾਰ। ਨੈਕਸਟ ਹੈ MySQL ਇਜ਼ ਕਸਟਮਾਈਜ਼ੇਬਲ। ਕਿਉਂਕਿ ਓਪਨ ਸੋਰਸ ਹੈ ਤਾਂ ਉਹਦੇ ਸਾਰੇ ਅਸੀਂ ਆਪਣੇ ਅਕੋਰਡਿੰਗ ਉਹਦੀ ਕਸਟਮਾਈਜ਼ੇਸ਼ਨ ਕਰ ਸਕਦੇ ਹਾਂ ਵੀ ਸਾਨੂੰ ਕਿਹੜੀ ਕਿਹੜੀ ਚੀਜ਼ ਚਾਹੀਦੀ ਕਿਹੜੀ ਨਹੀਂ ਚਾਹੀਦੀ। ਇਹ ਸਾਰੇ ਸੀ MySQL ਦੇ ਫੀਚਰਸ। ਕਲੀਅਰ ਹੈ? Yes, ma'am. ਯੈਸ ਓਕੇ। ਇੰਸਟਾਲੇਸ਼ਨ ਆਫ Yes, MySQL ma'am. ਅਗਰ ਗੱਲ ਕੀਤੀ ਜਾਏ PHP ਦੇ ਵਿੱਚ ਤਾਂ ਤੁਸੀਂ ਇਹਦੇ ਵਿੱਚ ਇਹਨਾਂ ਨੇ ਬੇਸਿਕਲੀ ਲਾਈਨਕਸ Ubuntu ਦੇ ਲਈ ਦੱਸਿਆ। ਅਗਰ ਅਸੀਂ ਨੋਰਮਲ PHP ਦੇ ਲਈ ਗੱਲ ਕਰਨੀ ਹੈ ਦੈਨ XAMPP ਜਾਂ WAMP, ਠੀਕ ਹੈ, ਉਹਨਾਂ ਨੂੰ ਇੰਸਟਾਲ ਕਰਕੇ ਹੀ MySQL ਇੰਸਟਾਲ ਕਰ ਸਕਦੇ। ਇੱਥੇ ਲਿਖਿਆ ਵੀ ਹੋਇਆ WAMP ਔਰ XAMPP ਕੈਨ ਬੀ ਇੰਸਟਾਲਡ, ਇਟ ਬਿਕਮਸ ਵਿਦ MySQL, ਬੇਸਿਕਲੀ ਇਹੀ ਹੈ, ਠੀਕ ਹੈ। ਬਟ ਅਗਰ ਬਾਈ ਚਾਂਸ ਕੁਐਸਚਨ ਆਉਂਦਾ ਪੇਪਰ ਵਿੱਚ ਕਿ ਹਾਂ MySQL ਨੂੰ ਇੰਸਟਾਲ ਕਰਨ ਦਾ ਕੀ ਬੇਸਿਕਲੀ ਪ੍ਰੋਸੀਜਰ ਹੈ ਤਾਂ ਅਗਰ ਤੁਸੀਂ ਉਸ ਟਾਈਮ 'ਤੇ ਆ ਵੀ ਦੱਸ ਸਕਦੇ ਹੋ ਕਿ Ubuntu ਦੇ ਵਿੱਚ ਸੂਡੋ ਕਮਾਂਡ ਯੂਜ਼ ਕਰਦੇ ਹਾਂ ਅਸੀਂ ਕਿਸੇ ਵੀ ਸਰਵਰ ਬੇਸਡ ਆਪਰੇਸ਼ਨਸ ਨੂੰ ਪਰਫੋਰਮ ਕਰਨ ਦੇ ਲਈ। ਐਂਡ ਇਹ ਸਾਰਾ ਸਿੰਟੈਕਸ ਹੈ MySQL ਨੂੰ ਇੰਸਟਾਲ ਕਰਨ ਦਾ। MySQL ਸਰਵਰ ਕਰਨਾ ਹੈ, ਇੰਸਟਾਲ ਕਰਨਾ ਹੈ ਐਂਡ APK ਗੈਟ ਕਰਨੀ ਹੈ, ਦੈਟਸ ਵਾਈ APT ਗੈਟ ਲਿਖਿਆ ਇਹਨਾਂ ਨੇ, ਠੀਕ ਹੈ। ਸੋ ਇਹ ਕਮਾਂਡ ਹੈ Ubuntu ਦੇ ਵਿੱਚ MySQL ਨੂੰ ਇੰਸਟਾਲ ਕਰਨ ਦੀ, ਠੀਕ ਹੈ। ਉਸ ਤੋਂ ਬਾਅਦ ਸਾਡਾ ਨੈਕਸਟ ਪਾਰਟ ਹੈ NoSQL ਅੱਜ ਦਾ। ਬਾਕੀ ਪਾਰਟ ਅਸੀਂ ਵਿੱਚ ਵਾਲਾ ਜਿਹੜਾ ਛੱਡਿਆ ਉਹ ਮੈਂ ਬਾਅਦ ਵਿੱਚ ਉਹ ਹੈ ਪ੍ਰੈਕਟੀਕਲ ਵਰਕ ਹੈ, ਡੈਟਸ ਵਾਈ ਮੈਂ ਉਹ ਲੀਵ ਕੀਤਾ ਜੇ ਥੋੜ੍ਹਾ ਜਿਹਾ, ਬਾਅਦ ਵਿੱਚ ਕਰਾਂਗੇ ਉਹ। ਥਿਓਰੈਟਿਕ ਪਾਰਟ ਅੱਜ ਕਵਰ ਕਰ ਲੈਂਦੇ ਹਾਂ। ਨੈਕਸਟ ਪਾਰਟ ਹੈ ਸਾਡਾ NoSQL। NoSQL ਨਾਮ ਡਿਫਾਈਨ ਕਰ ਰਿਹਾ, ਮਤਲਬ SQL ਨਹੀਂ ਹੋਏਗਾ, ਨੋਨ SQL, ਜਿਹਦੇ ਵਿੱਚ ਸਟਰਕਚਰਡ ਕੁਐਰੀ ਲੈਂਗੁਏਜ ਨਹੀਂ ਯੂਜ਼ ਹੋਏਗੀ। ਅਗਰ ਸਟਰਕਚਰਡ ਕੁਐਰੀ ਲੈਂਗੁਏਜ ਯੂਜ਼ ਨਹੀਂ ਹੈ ਮੀਨਸ ਉਹ ਰਿਲੇਸ਼ਨਲ ਵੀ ਨਹੀਂ ਹੈ, ਠੀਕ ਹੈ। ਸੋ ਨੋ SQL ਐਂਡ ਨੋ ਰਿਲੇਸ਼ਨਲ, ਦੋਨੋਂ ਚੀਜ਼ਾਂ। ਹੁਣ ਅਗਰ ਜੇ ਗੱਲ ਕੀਤੀ ਜਾਵੇ ਨੋਨ ਰਿਲੇਸ਼ਨਲ ਡਾਟਾਬੇਸ ਦੀ ਤਾਂ ਇਹ ਕਹਿ ਸਕਦੇ ਹੋ ਕਿ ਨੋਨ ਰਿਲੇਸ਼ਨਲ ਡਾਟਾਬੇਸ ਦੇ ਵਿੱਚ ਟੈਬੂਲਰ ਫਾਰਮ 'ਚ ਡਾਟਾ ਨਹੀਂ ਸਟੋਰ ਹੁੰਦਾ, ਫਾਈਲਸ ਜਾਂ ਫਿਰ ਥਿਓਰੈਟਿਕ ਬੇਸਿਕਲੀ ਜਿੱਦਾਂ ਅਸੀਂ ਫਾਈਲ ਦੇ ਵਿੱਚ ਲਾਈਨ ਵਾਈਜ਼ ਲਿਖਦੇ ਰਹਿੰਦੇ ਅੱਗੇ ਅੱਗੇ, ਨੋਟਸ ਦੀ ਫਾਰਮ ਦੇ ਵਿੱਚ ਜਿੱਦਾਂ ਤੁਸੀਂ ਨੋਟਸ ਬਣਾਉਂਦੇ ਹੋ ਉਹ ਕਹਿ ਸਕਦੇ ਹੋ, ਠੀਕ ਹੈ। ਕੁਝ ਇਸ ਤਰ੍ਹਾਂ ਦੇ ਫਾਰਮ ਦੇ ਵਿੱਚ ਡਾਟਾ ਸਟੋਰ ਹੁੰਦਾ ਹੈ। ਜਾਂ ਫਿਰ ਇਹ ਕਹਿ ਲਓ ਕਿ ਜਿਸ ਤਰ੍ਹਾਂ ਤੁਹਾਡੇ ਫੋਨ ਦੇ ਵਿੱਚ ਤੁਹਾਡੀਆਂ ਇਮੇਜਿਸ ਸਟੋਰ ਹੁੰਦੀਆਂ, ਕੋਈ ਟੈਬੂਲਰ ਫਾਰਮ ਨਹੀਂ ਹੈ, ਉਹ ਨੋਰਮਲ ਫਾਰਮ ਦੇ ਵਿੱਚ ਸਟੋਰ ਕੀਤੀਆਂ ਗਈਆਂ। ਅਗਰ ਅਸੀਂ ਨੈਕਸਟ ਕਰਦੇ ਹਾਂ ਦੈਨ ਇਟ ਇਜ਼ ਆਲਸੋ ਨੋਨ SQL, ਠੀਕ ਹੈ। ਹੁਣ ਅਗਰ ਨੋਨ SQL ਦੀ ਗੱਲ ਕਰੀਏ ਤਾਂ ਲੈਟ ਮੀ ਫਸਟ ਆਫ ਆਲ ਸ਼ੇਅਰ ਅਨਦਰ ਸਕਰੀਨ। ਓਕੇ, ਵਿਜ਼ੀਬਲ ਹੈ ਸਕਰੀਨ ਸਭ ਨੂੰ? Yes, ma'am. ਓਕੇ। Yes, ma'am. ਨੋਨ SQL ਦਾ ਮਤਲਬ ਪਹਿਲਾਂ ਤੇ ਨੋਨ SQL ਹੈ ਤੇ ਨੋਨ ਰਿਲੇਸ਼ਨਲ ਹੈ, ਠੀਕ ਹੈ।
ਕੰਮ ਇਹੀ ਹੈ ਕਿ ਇਹਨੇ ਵੀ ਡਾਟਾ ਸਟੋਰ ਕਰਨਾ ਹੈ ਜਾਂ ਰਿਟਰੀਵ ਕਰਨਾ ਹੈ, ਜੋ ਡਾਟਾਬੇਸ ਦਾ ਕੰਮ ਉਹੀ ਹੈ, ਬਟ ਐਸਕੂਐਲ ਨੂੰ ਯੂਜ਼ ਨਹੀਂ ਕਰਨਾ, ਰਿਲੇਸ਼ਨਲ ਡਾਟਾਬੇਸ ਨੂੰ ਨਹੀਂ ਯੂਜ਼ ਕਰਨਾ, ਠੀਕ ਹੈ। ਇਹਨੇ ਕੁਝ ਹੋਰ ਯੂਜ਼ ਕਰਨਾ ਹੈ, ਕੀ ਯੂਜ਼ ਕਰਨਾ ਅੱਗੇ ਪੜ੍ਹਦੇ ਹਾਂ, ਠੀਕ ਹੈ। ਡਾਟਾ ਮੋਡਲ ਦੇ ਫਾਰਮ 'ਚ ਹੁੰਦਾ ਹੈ, ਮੋਡਲ ਦੇ ਮੀਨਸ ਸਿੱਧਾ ਹੀ ਜਸਟ ਕਹਿ ਲਓ ਵੀ ਇਕੱਠਾ ਕਰਕੇ ਰੱਖਿਆ ਹੋਇਆ, ਕੋਈ ਉਹਦਾ ਫਾਰਮੈਟ ਨਹੀਂ ਪ੍ਰੋਵਾਈਡ ਸਾਨੂੰ, ਕੋਈ ਉਹਦੀ ਪੂਰੀ ਸਟਰਕਚਰ ਨਹੀਂ ਬਣਾਇਆ ਵੀ ਕਿਸ ਤਰੀਕੇ ਨਾਲ ਮੈਨੇਜ ਕਰਕੇ ਰੱਖਣਾ, ਜਸਟ ਸਿੰਪਲੀ ਇਕੱਠਾ ਕਰਕੇ ਰੱਖ ਲਿਆ, ਠੀਕ ਹੈ। ਟੈਬੂਲਰ ਫਾਰਮ 'ਚ ਨਹੀਂ ਹੁੰਦਾ, ਠੀਕ ਹੈ। ਰੀਅਲ ਟਾਈਮ ਵੈਬ ਐਪਲੀਕੇਸ਼ਨਸ ਦੇ ਵਿੱਚ ਯੂਜ਼ ਹੁੰਦਾ ਹੈ, ਕਿਉਂਕਿ ਇਹਦੇ ਵਿੱਚ ਬਿਗ ਡਾਟਾ ਦੀ ਫੈਸਿਲਿਟੀ ਹੈ। ਨਾ ਵਾਟ ਇਜ਼ ਬਿਗ ਡਾਟਾ? ਬਿਗ ਡਾਟਾ ਅਗਰ ਹੁਣ ਦੇ ਲਈ ਤੁਸੀਂ ਸਮਝਣਾ ਤਾਂ ਇਹ ਕਹਿ ਸਕਦੇ ਹੋ ਕਿ ਇੱਕ ਰਿਪੋਜ਼ਿਟਰੀ ਹੈ ਜਿਹਦੇ ਵਿੱਚ ਮਲਟੀਪਲ ਡਾਟਾ ਸਟੋਰ ਕਰ ਸਕਦੇ ਹਾਂ, ਐਂਡ ਇਹਦੇ ਡਾਟਾ ਦੀ ਲਿਮਿਟ ਨਹੀਂ ਹੈ ਕੋਈ ਵੀ, ਕਿੰਨਾ ਡਾਟਾ ਸਟੋਰ ਕਰ ਸਕਦੇ ਹਾਂ ਅਸੀਂ, ਅਨਲਿਮਿਟਿਡ ਡਾਟਾ ਸਟੋਰ ਕਰ ਸਕਦੇ ਹਾਂ ਉਹਦੇ ਵਿੱਚ, ਠੀਕ ਹੈ। ਐਂਡ ਅਨਲਿਮਿਟਿਡ ਟਾਈਮ ਦੇ ਲਈ ਵੀ ਯੂਜ਼ ਕਰ ਸਕਦੇ ਹਾਂ। ਨੋਰਮਲੀ ਅਗਰ ਅਸੀਂ ਗੱਲ ਕਰੀਏ ਬਿਗ ਡਾਟਾ ਦੀ ਤਾਂ ਇਹ ਬੇਸਿਕਲੀ ਕਲਾਊਡ ਬੇਸਡ ਸਟੋਰੇਜ ਦੇ ਨਾਲ ਡੀਲ ਕਰਦਾ, ਠੀਕ ਹੈ। ਉਹ ਚੀਜ਼ਾਂ ਆਉਣਗੀਆਂ, ਬਟ ਹਾਂ ਫਿਲਹਾਲ ਤੁਸੀਂ ਇੰਨਾ ਯਾਦ ਰੱਖੋ ਕਿ ਬਿਗ ਡਾਟਾ ਦੇ ਵਿੱਚ ਇਹ ਨੋ ਐਸਕੂਐਲ ਇੰਪਲੀਮੈਂਟਡ ਹੈ, ਠੀਕ ਹੈ। ਤੇ ਸਮਟਾਈਮਸ ਇਹਦੀ ਫੁੱਲ ਫਾਰਮ ਨੋਟ ਓਨਲੀ ਐਸਕੂਐਲ ਵੀ ਕਿਹਾ ਜਾ ਸਕਦਾ, ਕਿਉਂਕਿ ਸਿਰਫ ਐਸਕੂਐਲ ਦੇ ਵਿੱਚ ਤੇ ਕੰਮ ਇਹ ਸੀ ਨਾ, ਸਿਰਫ ਟੈਬੂਲਰ ਫਾਰਮ 'ਚ ਡਾਟਾ ਸਟੋਰ ਕਰਨਾ ਐਂਡ ਲਿਮਿਟਿਡ ਡਾਟਾ ਸਟੋਰ ਕਰ ਸਕਦੇ ਸੀ, ਉਹਦੀ ਲਿਮਿਟ ਪ੍ਰੋਵਾਈਡਡ ਸੀ। ਬਟ ਨੋ ਐਸਕੂਐਲ ਦੇ ਵਿੱਚ ਲਿਮਿਟ ਨਹੀਂ ਹੈ, ਸੋ ਇਸ ਕਰਕੇ ਇਹਨੂੰ ਨੋਟ ਓਨਲੀ ਐਸਕੂਐਲ ਕਹਿ ਦਿੱਤਾ, ਠੀਕ ਹੈ। ਨੈਕਸਟ ਪਾਰਟ ਹੈ ਕੁਝ ਫੀਚਰਸ, ਕੁਝ ਟਾਈਪਸ ਨੋ ਐਸਕੂਐਲ ਦੀਆਂ। ਫਸਟ ਕੈਟੇਗਰੀ ਹੈ ਕੀ ਵੈਲਿਊ ਸਟੋਰ, ਮਤਲਬ ਇਹਦੇ ਵਿੱਚ ਕੀਜ਼ ਦੀ ਫਾਰਮ 'ਚ ਡਾਟਾ ਸਟੋਰ ਕੀਤਾ ਜਾ ਸਕਦਾ ਹੈ, ਕੀ ਵੈਲਿਊ ਦੇ ਪੇਅਰ, ਜਿਸ ਤਰ੍ਹਾਂ ਅਸੀਂ ਐਟਰੀਬਿਊਟ ਦੇ ਵਿੱਚ ਐਟਰੀਬਿਊਟ ਨਹੀਂ, ਐਰੇਜ਼ ਦੇ ਵਿੱਚ ਅਸੀਂ ਸਟੋਰ ਕੀਤਾ ਸੀ ਕੀ ਵੈਲਿਊ ਪੇਅਰ ਐਸੋਸੀਏਟਿਡ ਐਰੇਜ਼ ਦੇ ਵਿੱਚ, ਉਸੇ ਫਾਰਮ 'ਚ ਡਾਟਾ ਸਟੋਰ ਹੁੰਦਾ, ਬਟ ਟੈਬੂਲਰ ਫਾਰਮ 'ਚ ਨਹੀਂ ਹੋਏਗਾ। ਉਹਦੇ ਲਈ ਕਿਹੜੇ ਡਾਟਾਬੇਸ ਯੂਜ਼ ਹੁੰਦੇ ਇੱਥੇ ਮੈਂ ਮੈਂਸ਼ਨ ਕੀਤੇ ਹੋਏ ਆ, ਇਹਨਾਂ ਵਿੱਚੋਂ ਕਿਸੇ ਇੱਕ ਜਾਂ ਦੋ ਦਾ ਨਾਮ ਯਾਦ ਰੱਖਿਓ ਪੇਪਰ ਵਿੱਚ ਲਿਖਣ ਦੇ ਲਈ, ਥਿਓਰੈਟਿਕ ਪੇਪਰ ਹੋਏਗਾ ਕਿਉਂਕਿ ਇਸ ਕਰਕੇ ਫਾਈਨਲ ਪੇਪਰ, ਠੀਕ ਹੈ। ਨੈਕਸਟ ਹੈ ਟੈਬੂਲਰ ਵੀ ਨੋਨ ਐਸਕੂਐਲ ਆਉਂਦੇ ਹੈ, ਬਟ ਉਹਨਾਂ ਦੇ ਕੇਸ ਦੇ ਵਿੱਚ ਕੀ ਹੁੰਦਾ, ਕੁਛ ਰੋਜ਼ ਐਂਡ ਕੋਲਮਸ ਦੀ ਲਿਮਿਟੇਸ਼ਨ ਹੁੰਦੀ ਹੈ। ਲਿਮਿਟੇਸ਼ਨ ਇਨ ਦਾ ਸੈਂਸ ਇਹ ਨਹੀਂ ਕਿ ਹਾਂ ਵੀ ਇੰਨੀਆਂ ਰੋਜ਼ ਹੀ ਕਰ ਸਕਦੇ ਹਾਂ, ਲਿਮਿਟੇਸ਼ਨ ਇਨ ਦਾ ਸੈਂਸ ਇਹ ਹੈ ਕਿ ਜ਼ਰੂਰੀ ਨਹੀਂ ਕਿ ਇੱਕ ਰੋ ਦੇ ਸਾਰੇ ਕੋਲਮਸ ਫਿਲ ਕਰਨੇ ਕੰਪਲਸਰੀ ਹੈ, ਕੋਲਮ ਦਾ ਨੇਮ ਅਸੀਂ ਰੱਖ ਸਕਦੇ ਹਾਂ, ਬਟ ਸਾਨੂੰ ਕੰਪਲਸਰੀ ਨਹੀਂ ਹੈ ਕਿ ਅਸੀਂ ਉਸ ਕੋਲਮ ਦੇ ਵਿੱਚ ਵੈਲਿਊ ਦੇਣੀ ਹੀ ਦੇਣੀ ਹੈ। ਸੈਕਿੰਡ ਥਿੰਗ, ਇਹਦੇ ਵਿੱਚ ਕੰਪਲਸਰੀ ਇਹ ਵੀ ਨਹੀਂ ਹੈ ਕਿ ਅਸੀਂ ਕੋਲਮ ਦਾ ਨੇਮ ਦੇਣਾ ਹੈ, ਅਸੀਂ ਬਿਨਾਂ ਕੋਲਮ ਦਾ ਨੇਮ ਦਿੱਤੇ ਵੀ ਰੋਜ਼ ਦੇ ਫਾਰਮ 'ਚ ਡਾਟਾ ਸਟੋਰ ਕਰ ਸਕਦੇ ਹਾਂ, ਕੋਈ ਪਤਾ ਨਹੀਂ ਕੋਲਮ ਕੀ ਹੈ ਕੀ ਨਹੀਂ। ਫੋਰ ਐਗਜ਼ਾਮਪਲ ਫਸਟ ਕੋਲਮ 'ਚ ਮੈਂ ਫਸਟ ਰੋ ਦੇ ਫਸਟ ਕੋਲਮ ਦੇ ਵਿੱਚ ਮੈਂ ਨੇਮ ਦੈਨ ਰੋਲ ਨੰਬਰ ਸਟੋਰ ਕੀਤਾ ਸੀ, ਸੈਕਿੰਡ ਰੋ ਦੇ ਵਿੱਚ ਮੈਂ ਕੀ ਸਟੋਰ ਕੀਤਾ ਜੀ, ਬੱਚੇ ਦਾ ਨੇਮ ਐਂਡ ਉਹਦਾ ਫੋਨ ਨੰਬਰ, ਬਟ ਐਕਚੁਅਲ 'ਚ ਰੋਲ ਨੰਬਰ ਤੇ ਫੋਨ ਨੰਬਰ ਇੱਕ ਕੋਲਮ 'ਚ ਆ ਗਏ, ਬਟ ਉਹ ਇਹਦੇ ਵਿੱਚ ਕੁਝ ਵੀ ਪ੍ਰੋਬਲਮ ਨਹੀਂ ਕ੍ਰੀਏਟ ਕਰਦਾ, ਇਸ ਕਰਕੇ ਉਸ ਕੇਸ 'ਚ ਟੈਬੂਲਰ ਫਾਰਮ 'ਚ ਸਟੋਰ ਕਰਦਾ। ਐਚ ਬੇਸ ਜਿਹੜਾ ਹੈ ਉਹ ਟੈਬੂਲਰ ਡਾਟਾਬੇਸ ਹੈ, ਬਿਗ ਟੇਬਲ ਵੀ ਹੈ, ਐਕੂਮੂਲੋ ਵੀ ਹੈ, ਠੀਕ ਹੈ। ਨੈਕਸਟ ਹੈ ਡਾਕੂਮੈਂਟ ਬੇਸ, ਜੋ ਕਿ ਮੇਜਰ ਯੂਜ਼ ਹੁੰਦਾ ਹੈ ਨੋ ਐਸਕੂਐਲ ਦੇ ਵਿੱਚ, ਉਹਦੇ ਵਿੱਚ ਆਉਂਦੇ ਮੋਗੋਡੀਬੀ, ਕਫਡੀਬੀ ਐਂਡ ਕਲਾਉਡੰਟ। ਇਹਨਾਂ ਦੇ ਸਿਰਫ ਨਾਮ ਯਾਦ ਰੱਖਣੇ ਆ, ਇਹਨਾਂ ਦੇ ਬਾਰੇ ਅਸੀਂ ਨੈਕਸਟ ਅੱਗੇ ਪੜ੍ਹਨਾ ਹੈ ਅਜੇ, ਠੀਕ ਹੈ। ਫਸਟ ਆਫ ਆਲ ਨੋ ਐਸਕੂਐਲ ਯੂਜ਼ ਕਿੱਥੇ ਹੁੰਦਾ ਉਹਨੇ ਵੀ ਦੇਖ ਲਈਏ, ਜਦੋਂ ਤਾਂ ਹਿਊਜ ਅਮਾਊਂਟ ਆਫ ਡਾਟਾ ਸਟੋਰ ਕਰਨਾ ਉਸ ਕੇਸ 'ਚ, ਕਿਉਂਕਿ ਬਿਗ ਡਾਟਾ ਦੀ ਫੈਸਿਲਿਟੀ ਹੈ, ਠੀਕ ਹੈ। ਸੈਕਿੰਡ ਥਿੰਗ, ਰਿਲੇਸ਼ਨਸ਼ਿਪ ਸਾਨੂੰ ਨਹੀਂ ਪਤਾ, ਸਾਨੂੰ ਨਹੀਂ ਨਾ ਹੀ ਸਾਡੇ ਲਈ ਇੰਪੋਰਟੈਂਟ ਰੱਖਦੀ ਹੈ ਕਿ ਕੀ ਰਿਲੇਸ਼ਨਸ਼ਿਪ ਹੈ ਸਾਡੇ ਡਾਟਾ ਦੇ ਵਿੱਚ, ਉਸ ਕੇਸ 'ਚ ਵੀ ਅਸੀਂ ਨੋ ਐਸਕੂਐਲ ਯੂਜ਼ ਕਰਾਂਗੇ, ਕਿਉਂਕਿ ਜਿਹੜਾ ਐਸਕੂਐਲ ਹੈ ਉਹ ਰਿਲੇਸ਼ਨਲ ਡਾਟਾ ਕਰਦਾ ਹੈ, ਰਿਲੇਸ਼ਨਸ਼ਿਪ ਦੱਸਦਾ ਹੈ ਡਾਟਾ ਦੇ ਵਿੱਚ, ਬਟ ਅਗਰ ਮੈਂ ਰਿਲੇਸ਼ਨਸ਼ਿਪ ਨਹੀਂ ਰਖਵਾਉਣੀ ਡਾਟਾ ਵਿੱਚ, ਉਸ ਕੇਸ 'ਚ ਮੈਂ ਨੋ ਐਸਕੂਐਲ ਯੂਜ਼ ਕਰਾਂਗੀ। ਨੈਕਸਟ ਥਿੰਗ ਹੈ ਡਾਟਾ ਇਜ਼ ਚੇਂਜਿੰਗ ਓਵਰ ਟਾਈਮ ਐਂਡ ਇਜ਼ ਨੋਟ ਸਟਰਕਚਰ, ਹੋ ਸਕਦਾ ਕਿਸੇ ਕੇਸ 'ਚ ਡਾਟਾ ਤੁਹਾਡਾ ਵਾਰ-ਵਾਰ ਚੇਂਜ ਹੋ ਰਿਹਾ, ਰੀਅਲ ਟਾਈਮ ਅਪਡੇਟਸ ਹੋ ਰਹੇ ਡਾਟਾ ਦੇ ਵਿੱਚ, ਤਾਂ ਉਸ ਕੇਸ 'ਚ ਵੀ ਨੋ ਐਸਕੂਐਲ ਯੂਜ਼ ਹੁੰਦਾ, ਐਂਡ ਸਟਰਕਚਰਡ ਫਾਰਮ 'ਚ ਡਾਟਾ ਨਹੀਂ ਹੋਏਗਾ, ਉਸ ਕੇਸ 'ਚ ਵੀ ਨੋ ਐਸਕੂਐਲ ਹੋਏਗਾ। सपोर्ट ऑफ कंस्ट्रेंट्स एंड जॉइन मैम इज नॉट रिक्वायर्ड। हाँ जी मैम जब NoSQL में डेटा स्ट्रक्चर नहीं होगा तो उसमें से डेटा एक्सेस करना फिर तो डिफिकल्ट है। वही तो उसका एसक्यूएल का फीचर था और इसका डिसएडवांटेज होगा ना, बट तो मैम जो पहली इसमें भी हमने एक फीचर ऐड कर दिया ना, की वैल्यू पेयर्स वाला, कीज पता हो तो उसकी सारी वैल्यूज मिल जाएंगी, कंपलसरी नहीं है कि किस स्ट्रक्चर फॉर्म में आए। जस्ट अगर मैं बोलूँ कि अगर हम इस स्लाइड की ही बात करें, इसमें डाटा जो है मेरा बेसिकली नॉन स्ट्रक्चर्ड फॉर्म में है या नहीं है, ये बताओ।
एक तरह से तो नॉन स्ट्रक्चर फॉर्म में ही है। नॉन स्ट्रक्चर्ड ही है क्योंकि मैंने टेबुलर फॉर्म में नहीं रखा, ठीक है, Yes, ma'am. थ्योरेटिक फॉर्म में रखा। तो मैं बोल दूं आपको कि इसमें से मुझे थर्ड पॉइंट जो है उसकी वैल्यू दे दो, फर्स्ट पॉइंट, सेकंड पॉइंट, थर्ड पॉइंट, आप उसकी वैल्यू दे दोगे, ठीक है। बट आपके लिए ये मायने तो नहीं रखता कि हाँ इसकी कोई ना कोई वैल्यू होनी चाहिए। हो सकता है कि मैंने यहाँ पे ये वैल्यूज नहीं दी तो आप फिर भी मुझे रिटर्न कर दोगे। बट अगर एसक्यूएल की बात करें तो उस केस में वो बोलेगा कि मुझे सारे कॉलम्स की वैल्यूज नहीं मिली, कॉलम्स में सारी वैल्यूज मैंने नहीं स्टोर की। पहले तो वो स्टोर ही नहीं करने देगा। नोट नल अगर हम ऑन कर दे तो नल नहीं रख सकते उसकी वैल्यू। होता ना एसक्यूएल में फीचर वो वाला नोट नल वाला, Yes, ma'am. एक फील्ड की वैल्यू हम नोट नल रख दें तो फिर वो नल नहीं रख सकते हम, ठीक है। मैम जो पहले जैसे कि होता था कि जो डेटाबेस कनेक्ट करने की जगह पे वो उसको माइक्रोसॉफ्ट एक्सेल को कनेक्ट कर देते थे, वहां पे जो डेटा जाता था, तो मैम वो कौन से टाइप में जाएगा? माइक्रोसॉफ्ट असेस जो है, नहीं, माइक्रोसॉफ्ट एक्सेल जो है जिसमें डेटाबेस टेबल बने होते हैं, मैम हाँ उसको कनेक्ट करते थे पहले माइक्रोसॉफ्ट वेबसाइट के एक्सेल साथ जो डेटा है, को। सुन, एक्सेल जो है वो टेबुलर फॉर्म में ही स्टोर कर रहा है, सो दैट इज एसक्यूएल बेस्ड। ओके, जिस भी चीज में आपको टेबल की फॉर्म में कुछ दिख जाए वो एसक्यूएल बेस्ड है। जिसमें आपको बोल दिया जाए कि टेबल की फॉर्म में नहीं है, ना ही स्ट्रक्चर्ड है, उस केस में आप बोल दो कि ये नो एसक्यूएल है, ठीक है। तो फिर टेबल मैम जो एसक्यूएल नॉन की जो रूल्स है ना, एसक्यूएल के रूल में बोलता है वो कि एक तो फर्स्ट रूल ये है कि टेबुलर फॉर्म में होना चाहिए, रिलेशनल फॉर्म में होना चाहिए। सेकेंड रूल ये है एसक्यूएल का कि हमारा डाटा स्ट्रक्चर्ड फॉर्म में होना चाहिए। थर्ड रूल है क्लाइंट सर्वर आर्किटेक्चर इंप्लीमेंटेड होना चाहिए। इन तीनों में से कोई एक रूल भी अगर उसने अनफॉलो कर दिया तो उस केस में वो नो एसक्यूएल में चला जाएगा। क्लियर? ओके मैम, यस यस, ओके, नेक्स्ट पार्ट, डाटा इज ग्रोइंग कॉन्टिन्यूसली। डाटा हमारा कॉन्टिन्यूसली बढ़ रहा है डाटा, ठीक है। जैसे कि हमारा गूगल पे रोज कितनी सर्चेज हो रही हैं, कितने लोग अपने अपने थीसिस अपलोड कर रहे हैं, तो डाटा ग्रो कर रहा है कॉन्टिन्यूसली। तो उस केस में गूगल की सर्च वाले फॉर्म में बता रही हूँ, उस केस में नो एसक्यूएल को इम्प्लीमेंट करना कंपलसरी पड़ ही सकता है, ठीक है। एंड यू नीड टू स्केल डेटाबेस रेगुलरली। स्केल मतलब उसकी कैपेसिटी बढ़ानी है डेटाबेस की ताकि उसमें ज़्यादा से ज़्यादा डाटा स्टोर किया जा सके। उस केस में भी नो एसक्यूएल ही यूज़ होगा। ये कुछ एग्जांपल्स ही हैं बेसिकली, आप इनको रिलेट कर सकते हो रियल लाइफ में कहाँ कहाँ पे आप ये यूज़ कर रहे हो। ओके, यहाँ तक क्लियर है सभी को? किसी को अभी तक कोई डाउट यस है मैम, इसमें? एनीवन? No doubt. No, ma'am. ओके नो मैम। ओके ओके ओके, वेट। नेक्स्ट पार्ट है की वैल्यू स्टोर। जो हमने फर्स्ट पार्ट किया था ना इसके टाइप्स में, की वैल्यू स्टोर वाला, उसमें कैसे डाटा स्टोर करते हैं वो देखते हैं। बेसिक डाटा स्ट्रक्चर इज डिक्शनरी फॉर्म में या फिर मैप की फॉर्म में। मतलब कुछ डिक्शनरी में जैसे डाटा स्टोर होता है, कोई टेबुलर फॉर्म नहीं है, डिक्शनरी में कोई वर्ड फाइंड आउट करना है तो हमें उसकी वैल्यूज को बेसिकली करते हैं। फॉर एग्जांपल ABC फाइंड आउट करना है तो पहले मैं ए वाली वैल्यू सारी देखूंगी, जहाँ पे बी शुरू होगा वहीं पे रुक जाऊंगी, आगे वाली साइड में भी नहीं जाऊंगी, सी वाले में नहीं जाऊंगी, बी के साथ जहाँ पे सी होगा वहाँ पे रुक जाऊंगी। बेसिकली हर एक रो को मुझे चेक करना पड़ेगा, सर्च करना पड़ेगा, ठीक है। तो उस केस में ये की वैल्यू स्टोर की वैल्यू फॉर्म में यूज होता है, ठीक है। वैल्यू कैसी हो सकती है? इंटीजर भी हो सकती है, स्ट्रिंग भी हो सकती है, जेसन बेसिकली इसमें यूज हो रहा है, ठीक है। JSON आपने शायद पढ़ा हो, अगर नहीं पढ़ा कोई बात नहीं, हम जब हम मोंगो DB करेंगे तो उस टाइम पे मैं आपको इसकी थोड़ी सी इसके बारे में बताऊंगी, ठीक है। उसके बाद एरेस की फॉर्म में भी स्टोर कर सकते हैं। की यूज टू रेफरेंस द वैल्यू, बेसिकली कौन सा एरे होगा यहाँ पे अगर की वैल्यू पेयर रखना है तो? एनीवन? एसोसिएटिव एरे। यस, एसोसिएटिव एरे। इस केस में एसोसिएटिव एरे होना कंपलसरी है अगर हमने एरे की वो में वैल्यू स्टोर करनी है, ठीक है। तो एसोसिएटिव एरे का काम भी ऐसे ही था, कुछ कीज के साथ हर एक वैल्यू प्रोवाइड कर देते हैं इक्वल टू एरो लगा के, ठीक है। तो इस फॉर्म में डाटा स्टोर होगा। कंपलसरी नहीं है सारी वैल्यूज प्रोवाइड करनी, एक वैल्यू आप नहीं भी प्रोवाइड करोगे तो भी वो उसे स्टोर करेगा उस आईडी पे।
इनमें से कोई भी ना करो, सिर्फ एक ही कर दो, तो भी वो आईडी पे स्टोर कर लेगा, आपको कोई एरर नहीं देगा, कोई लिमिटेशन नहीं प्रोवाइड करेगा। ठीक है, यू हैव ए की एज ए कस्टमर आईडी, आपके पास कस्टमर आईडी की है और उसमें वैल्यू जो है कस्टमर के डिटेल्स हैं, उस केस में आप स्टोर कर सकते हो डाटा को इस तरह से। ठीक है, और जेसन की फुल फॉर्म है जावास्क्रिप्ट ऑब्जेक्ट नोटेशन। ये HTML में बेसिकली यूज़ तो की होती है, आपने शायद IWT में आपको पता नहीं करवाई क्यों नहीं, होती है जब हम स्क्रिप्ट टैग करते हैं उस केस में जावास्क्रिप्ट यूज़ करते हैं हम, उसमें स्क्रिप्ट वो वाला पार्ट है इसमें JSON। इसके बारे में थोड़ा थोड़ा क्लियर है की वैल्यू स्टोर कैसे वर्क करता है। Yes, ma'am. नेक्स्ट चलें। ओके, नेक्स्ट है मेरिट्स एंड डीमेरिट्स। जो ग्रीन कलर में है वो उसके मेरिट्स हैं, जो रेड कलर में है वो डीमेरिट्स हैं। ठीक है, इसको ये ना हो कि आप पेपर में ये सारे इकट्ठे लिख दो कि मेरिट्स हैं ये सारे सारे। ठीक है, अब फर्स्ट ऑफ ऑल मेरिट क्या है इसका कि रैपिड स्टोरेज ऑफ डाटा, हम जितना डाटा चाहिए उतना डाटा स्टोर कर सकते हैं, कोई हमारे पास लिमिटेशन नहीं है डाटा को स्टोर करने के लिए। ठीक है, तो ये इसका बेनिफिट ही है। ठीक है, नेक्स्ट पार्ट है इसका कि यूजर्स वेब ऐप एक्टिविटी विल बी डिफरेंट एंड अनरिलेटेड टू अनदर। बेसिकली एक अगर आपने वेब एप्लीकेशन बनाई है, फॉर एग्जांपल आपने अपनी एक वेबसाइट बनाई जिसमें आपने लॉगिन के टाइम पे लॉगिन कराने के लिए यूज़र नेम भी मांगा है, ईमेल आईडी भी मांगी है और पासवर्ड भी मांगा है। सेम टाइम पे किसी और ने सेम वेब एप्लीकेशन बनाई है और उस आप दोनों ने डाटा सेम डेटाबेस में सेम बेसिकली सेम डेटाबेस ही बोल सकते हैं, टेबल तो है नहीं, सेम डेटाबेस में स्टोर करना है। तो उस केस में फॉर एग्जांपल आपने 3 चीज़ें मांगी हैं, उसने 2 मांगी हैं, डाटा तो सेम जगह पे जाएगा। तो अब जिसने 2 मांगी है उसको कोई एरर ना शो हो, तो उस केस में भी आप की वैल्यू स्टोर की फॉर्म में डाटा स्टोर करवा सकते हो। डिसएडवांटेज क्या है इसमें, क्रूड ऑपरेशन, जो हमारे डेटाबेस के मेजर ऑपरेशंस है, CRUD, क्रिएट, रीड, अपडेट एंड डिलीट, इस ये सारे परफॉर्म करने थोड़े से डिफिकल्ट हैं। क्यों? हो सकता है कि इस केस में जो मैंने आईडी प्रोवाइड की है उसमें कोई वैल्यू मैंने एक ही दी है, पर जिसने रिट्रीव करनी थी फर्स्ट वाला सेकंड वाले ने ये वैल्यू सिर्फ एक ही मांगी, फर्स्ट वाले ने 2 वैल्यूज मांग ली, उसने देखा कि मुझे तो एक ही रिटर्न हुई है, तो उस केस में वो बोलेगा कि वैल्यूज ही गलत है। बट एक्चुअल में गलत नहीं है, जिसने मांगी थी जिसने स्टोर की थी उसने गलत रखी थी। ठीक है, तो ये इसका डिसएडवांटेज बन जाता है कि क्रूड ऑपरेशन करने थोड़े डिफिकल्ट हो जाते हैं, थोड़ा सा प्रॉब्लम क्रिएट करता है अगर दोनों यूजर्स या दोनों डेवलपर्स उस केस को नहीं ध्यान से देखते, एक दूसरे के साथ उनकी टाइमिंग या फिर उनकी सोच नहीं मैच करती तो। ठीक है, और जैसे जैसे डाटा बढ़ता जाता है वैसे वैसे इसको यूनिक कीज़ प्रोवाइड करना थोड़ा डिफिकल्ट होता है। इतनी सारी यूनिक कीज़ क्योंकि बेसिकली हम टेबलर फॉर्म में तो रख नहीं रहे, तो ऐसे हम रो के नंबर से तो आईडी रख नहीं सकते, तो हर केस के लिए मुझे यूनिक आईडी यूज़ करनी पड़ेगी। हो सकता है कि मैंने आईडी का जो लेंथ है मैंने 1 डिजिट की रखी थी या 2 डिजिट्स की रखी थी, जैसे ही हमारा डाटा 99 से अबव होगा तो 100 रखना पड़ेगा, तो उस केस में ये प्रॉब्लम क्रिएट करेगा, ये बोलेगा कि 100 तो उसकी लेंथ ही नहीं है। ठीक है, तो मुझे उसकी आईडीज़ को भी मैनेज करना पड़ेगा। तो ये बेसिकली ये डिसएडवांटेज नहीं बोल सकते, ये कुछ ध्यान में रखने वाली चीज़ें हैं जो इसके बारे में आप बोल सकते हो कि हाँ ध्यान रखना है इसके बारे में की वैल्यू स्टोर में जब भी डाटा स्टोर करना है उस टाइम पे। ठीक है, बेनिफिट्स यही हैं इसके। ये डीमेरिट्स इन्होंने डीमेरिट्स की फॉर्म में दिए थे, बट आप डीमेरिट नहीं भी कहना चाहो, आप इसके बारे में ये बोल सकते हो कि कुछ पॉइंट्स हैं जो इसके बारे में ध्यान में रखने वाले हैं, तो वो पॉइंट्स ये दोनों हैं। क्लियर? Yes, ma'am. ओके, इनफ फॉर टुडे। ओके, जिन्होंने अटेंडेंस नहीं सेंड की वो सेंड कर दो, अदरवाइज यू कैन लीव। थैंक यू।
हेलो मैम। हाँ जी। मैम कल आपने सेशन पढ़ाया था हाँ जी। मैम, उसमें मैंने पढ़ा था कि जो सेशन होता है वो जो डेटा को रीड करता है वो सर्वर में जो डेटा पड़ा है उसको रीड करता है। हाँ जी। तो मैम जैसे कि जो हमारा डेटा पहले से पड़ा हुआ है उसको रीड करेगा या जो हमने उस टाइम में इनपुट जिस दिया टाइम पे हुआ है हमने वो? सेशन क्रिएट किया है उस टाइम पे हमने वैल्यूज सेशन के वेरिएबल्स में डाली थी, यस मैम। वो वाली वैल्यूज चलेगी सर्वर पे। अब अगली बार जब भी मुझे वो वैल्यूज यूज करनी पड़ेगी, मुझे अपने स्टोरेज में फाइंड आउट नहीं करना